ਅੱਜ ਅਸੀਂ ਜਿਸ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਮੁਗਲ ਸਾਮਰਾਜ ਦਾ ਵਿਸਥਾਰ ਭਾਗ 2। ਇਸ ਦੇ ਵਿੱਚ ਅਸੀਂ ਪਹਿਲਾਂ ਕਰ ਚੁੱਕੇ ਹਾਂ ਮੁਗਲ ਸਾਮਰਾਜ ਦੇ ਬਾਰੇ, ਮੁਗਲ ਬਾਦਸ਼ਾਹ ਦੇ ਬਾਰੇ। ਅੱਜ ਅਸੀਂ ਜਿਹੜੇ ਬਾਦਸ਼ਾਹ ਦੇ ਬਾਰੇ ਜ਼ਿਕਰ ਕਰਾਂਗੇ ਉਹ ਹਨ ਜਹਾਂਗੀਰ, ਸ਼ਾਹਜਹਾਂ ਅਤੇ ਔਰੰਗਜ਼ੇਬ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਮੁਗਲ ਸਾਮਰਾਜ ਨੂੰ ਬਹੁਤ ਤਰੱਕੀ ਦੀਆਂ ਲੀਹਾਂ ਤੇ ਲਿਆ ਕੇ ਖੜਾ ਕਰ ਦਿੱਤਾ ਸੀ। ਔਰ ਜਦੋਂ ਲਾਸਟ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋਈ ਤਾਂ ਉਸ ਸਮੇਂ ਤੱਕ ਲਗਭਗ ਸਾਰਾ ਭਾਰਤ ਉਸ ਦੇ ਅਧੀਨ ਸੀ। ਲੇਕਿਨ ਔਰੰਗਜ਼ੇਬ ਦੀਆਂ ਗਲਤ ਨੀਤੀਆਂ ਦੇ ਕਾਰਨ ਹੌਲੀ ਹੌਲੀ ਮੁਗਲ ਸਾਮਰਾਜ ਪਤਨ ਦੀਆਂ ਰਾਹਾਂ ਵੱਲ ਜਾਣਾ ਸ਼ੁਰੂ ਹੋ ਗਿਆ ਸੀ। ਤਾਂ ਬਾਅਦ ਦੇ ਵਿੱਚ ਮੁਗਲ ਸਾਮਰਾਜ ਦਾ ਪਤਨ ਹੋ ਗਿਆ ਸੀ। ਲੇਕਿਨ ਅੱਜ ਅਸੀਂ ਮੁਗਲ ਸਾਮਰਾਜ ਦੇ ਦੂਸਰੇ ਭਾਗ ਦੇ ਬਾਰੇ, ਐਸਟੈਬਲਿਸ਼ਮੈਂਟ ਆਫ ਦਾ ਮੁਗਲ ਅੰਪਾਇਰ ਪਾਰਟ 2 ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਜਹਾਂਗੀਰ ਦੇ ਬਾਰੇ, ਜਿਸ ਦੇ ਵਿੱਚ ਤੁਸੀਂ ਹੁਣੇ ਦੇਖੋਗੇ ਕਿ ਜਹਾਂਗੀਰ ਅਤੇ ਮੁਗਲ ਸਾਮਰਾਜ। ਜਹਾਂਗੀਰ ਨੇ ਅਕਬਰ ਦੇ ਰਾਜਕਾਲ ਵਿੱਚ ਰਾਜਗੱਦੀ ਦੇ ਲਈ ਵਿਦਰੋਹ ਕਰ ਦਿੱਤਾ ਸੀ, ਲੇਕਿਨ ਬਾਅਦ ਦੇ ਵਿੱਚ ਅਕਬਰ ਨੇ ਉਸ ਨੂੰ ਮਾਫ ਵੀ ਕਰ ਦਿੱਤਾ ਸੀ। ਔਰ ਉਸ ਤੋਂ ਅਕਬਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਸਲੀਮ, ਜਿਸ ਨੂੰ ਨੂਰ ਉਦੀਨ ਜਹਾਂਗੀਰ ਦੇ ਨਾਮ ਹੇਠ ਉਹ ਰਾਜਗੱਦੀ ਤੇ ਬੈਠਿਆ। ਔਰ ਜਹਾਂਗੀਰ ਨੇ 1605 ਈਸਵੀ ਤੋਂ ਲੈ ਕੇ 1627 ਈਸਵੀ ਤੱਕ ਰਾਜ ਕੀਤਾ ਸੀ। 1611 ਈਸਵੀ ਨੂੰ ਉਸਨੇ ਨੂਰ ਜਹਾਂ ਨਾਲ ਵਿਆਹ ਕਰਵਾ ਲਿਆ ਸੀ। ਔਰ ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ 1611 ਤੋਂ 1627 ਈਸਵੀ ਤੱਕ ਨੂਰ ਜਹਾਂ ਰਾਜ ਪ੍ਰਬੰਧ ਤੇ ਛਾਈ ਰਹੀ ਸੀ। ਔਰ ਇਸ ਲਈ ਇਸ ਕਾਲ ਨੂੰ ਨੂਰ ਜਹਾਂ ਕਾਲ ਵੀ ਕਿਹਾ ਜਾਂਦਾ ਹੈ, ਪਰ ਇਹ ਵਿਚਾਰ ਠੀਕ ਨਹੀਂ ਹੈ। ਸਮਰਾਟ ਹੋਇਆ ਵੀ ਜਹਾਂਗੀਰ ਸਾਮਰਾਜ ਦੀਆਂ ਨੀਤੀਆਂ ਬਣਾਉਂਦਾ ਸੀ ਅਤੇ ਨੂਰ ਜਹਾਂ ਉਹਨਾਂ ਨੂੰ ਸਿਰੇ ਚੜਾਉਣ ਦੇ ਵਿੱਚ ਉਸ ਦੀ ਮਦਦ ਕਰਦੀ ਸੀ। ਸਭ ਤੋਂ ਪਹਿਲਾਂ ਹੈ ਜਹਾਂਗੀਰ ਦੇ ਬਾਰੇ ਕਿ ਜਹਾਂਗੀਰ ਦੇ ਮੁੱਢਲੇ ਸੁਧਾਰ 12 ਫਰਮਾਨ ਜਾਂ ਦਸਤੂਰ ਉਲ ਅਮਲ। ਜਹਾਂਗੀਰ ਜਦੋਂ ਰਾਜਗੱਦੀ ਤੇ ਬੈਠਾ ਤਾਂ ਉਸਨੇ ਕਈ ਸੁਧਾਰ ਕੀਤੇ ਤਾਂ ਜੋ ਉਸ ਦੀ ਰਾਜਸੀ ਨੀਤੀ ਚੰਗੇ ਤਰੀਕੇ ਨਾਲ ਹੋਰ ਵੱਧ ਫੁੱਲ ਸਕੇ। ਉਸਨੇ 12 ਫਰਮਾਨ ਜਾਰੀ ਕੀਤੇ। ਇਹ ਫਰਮਾਨ ਇਸ ਤਰ੍ਹਾਂ ਦੇ ਸਨ ਕਿ ਜਿਵੇਂ ਫਸਟ ਸੀ ਕਿ ਸੜਕਾਂ ਦੇ ਕਿਨਾਰਿਆਂ ਉੱਤੇ ਮਸੀਤਾਂ, ਸਰਾਵਾਂ ਅਤੇ ਖੂਹ ਬਣਾਉਣ ਦਾ ਹੁਕਮ ਹੋ ਗਿਆ। ਇਸ ਤਰ੍ਹਾਂ ਦੂਸਰਾ ਫਰਮਾਨ ਸੀ ਕਿ ਬਦਨਾਮ ਟੈਕਸ ਮਾਫ ਕਰ ਦਿੱਤੇ ਗਏ, ਦੋਸ਼ੀਆਂ ਦੇ ਹੱਥ ਕੰਨ ਕੱਟਣ ਦੀਆਂ ਸਜ਼ਾਵਾਂ ਖਤਮ ਕਰ ਦਿੱਤੀਆਂ ਗਈਆਂ। ਇਸ ਤਰ੍ਹਾਂ ਚੌਥਾ ਸੀ ਕਿ ਸ਼ਰਾਬ, ਅਫੀਮ ਤੇ ਹੋਰ ਨਸ਼ੇ ਦੀਆਂ ਚੀਜ਼ਾਂ ਬਣਾਉਣੀਆਂ ਤੇ ਵੇਚਣੀਆਂ ਬੰਦ ਕਰ ਦਿੱਤੀਆਂ ਗਈਆਂ। ਸਰਕਾਰੀ ਕਰਮਚਾਰੀਆਂ ਨੂੰ ਕਿਸੇ ਵੀ ਘਰ ਉੱਤੇ ਜ਼ਬਰਦਸਤੀ ਅਧਿਕਾਰ ਕਰਨ ਦੀ ਮਨਾਹੀ ਕਰ ਦਿੱਤੀ ਗਈ। ਇਸੇ ਤਰ੍ਹਾਂ 6ਵਾਂ ਜੋ ਕਿ ਫਰਮਾਨ ਸੀ ਉਹ ਸੀ ਗਰੀਬ ਰੋਗੀਆਂ ਦੇ ਇਲਾਜ ਲਈ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਹਸਪਤਾਲ ਮੁਫਤ ਇਲਾਜ ਦੇ ਲਈ ਖੁਲਵਾਏ ਗਏ। ਔਰ ਨੈਕਸਟ ਸੀ ਕਿ ਵਪਾਰੀਆਂ ਦੇ ਮਾਲ ਦੀਆਂ ਗੰਢਾਂ ਬਿਨਾਂ ਉਹਨਾਂ ਦੀ ਆਗਿਆ ਦੇ ਖੋਲ੍ਹਣੀਆਂ ਬੰਦ ਕਰ ਦਿੱਤੀਆਂ ਗਈਆਂ। ਸਾਲ ਵਿੱਚ ਕੁਝ ਦਿਨਾਂ ਤੋਂ ਪਸ਼ੂ ਹੱਤਿਆ ਬੰਦ ਕਰ ਦਿੱਤੀ ਗਈ। ਔਰ ਸਰਕਾਰੀ ਕਰਮਚਾਰੀਆਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਉੱਤੇ ਜ਼ਬਰਦਸਤੀ ਅਧਿਕਾਰ ਕਰਨ ਦੀ ਮਨਾਹੀ ਕਰ ਦਿੱਤੀ ਗਈ ਸੀ। ਸਮਰਾਟ ਦੀ ਆਗਿਆ ਬਿਨਾਂ ਕੋਈ ਜਾਗੀਰਦਾਰ ਆਪਣੇ ਪਰਗਨੇ ਦੇ ਵਿੱਚ ਕਿਸੇ ਨਾਲ ਵਿਆਹ ਨਹੀਂ ਕਰ ਸਕਦਾ ਸੀ। ਔਰ ਨੈਕਸਟ ਸੀ ਕਿ ਮੌਤ ਤੋਂ ਪਿੱਛੋਂ ਕਿਸੇ ਦੀ ਜਾਇਦਾਦ ਨੂੰ ਠੀਕ ਤਰ੍ਹਾਂ ਸੰਭਾਲਣ ਦਾ ਵੀ ਪ੍ਰਬੰਧ ਕੀਤਾ ਗਿਆ। ਔਰ 12ਵਾਂ ਫਰਮਾਨ ਸੀ ਕਿ ਅਕਬਰ ਦੇ ਸਮੇਂ ਦੇ ਸਭ ਜਾਗੀਰਦਾਰਾਂ ਅਤੇ ਮਨਸਬਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਦੇ ਉੱਤੇ ਪੱਕਾ ਕਰ ਦਿੱਤਾ ਗਿਆ ਸੀ। ਇਹ ਤਾਂ ਸਨ ਜਹਾਂਗੀਰ ਦੇ ਮੁੱਢਲੇ ਸੁਧਾਰ 12 ਫਰਮਾਨ, ਜਾਂ ਇਹਨਾਂ ਨੂੰ ਦਸਤੂਰ ਉਲ ਅਮਲ ਵੀ ਕਿਹਾ ਜਾਂਦਾ ਹੈ। ਨੈਕਸਟ ਹੈ ਨੂਰ ਜਹਾਂ ਨਾਲ ਵਿਆਹ। ਜਹਾਂਗੀਰ ਨੇ ਨੂਰ ਜਹਾਂ ਨਾਲ ਵਿਆਹ ਕੀਤਾ। ਨੂਰ ਜਹਾਂ ਉਹ ਸ਼ੇਰ ਅਫਗਾਨ ਦੀ ਵਿਧਵਾ ਅਤੇ ਮਿਰਜ਼ਾ ਗਿਆਸ ਬੇਗ ਦੀ ਪੁੱਤਰੀ ਸੀ। ਮੇਹਰੁਨਿਸਾ ਅਥਵਾ ਨੂਰ ਜਹਾਂ ਉਸ ਨੂੰ ਕਿਹਾ ਜਾਂਦਾ ਸੀ। ਉਸ ਨਾਲ ਵਿਆਹ ਕਰਵਾ ਲਿਆ ਸੀ। ਉਸ ਨੂੰ ਪਹਿਲਾਂ ਨੂਰ ਮਹਲ ਅਤੇ ਬਾਅਦ ਦੇ ਵਿੱਚ ਨੂਰ ਜਹਾਂ ਦਾ ਨਾਂ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਇਹ ਵਿਚਾਰ ਹੈ ਕਿ ਉਸ ਸਮੇਂ ਸ਼ੇਰ ਅਫਗਾਨ ਦੀ ਮੌਤ ਦੇ ਵਿੱਚ ਜਹਾਂਗੀਰ ਦਾ ਹੱਥ ਸੀ, ਕਿਉਂਕਿ ਉਹ ਨੂਰ ਜਹਾਂ ਨੂੰ ਚਾਹੁੰਦਾ ਸੀ। ਪਰ ਕੁਝ ਇਤਿਹਾਸਕਾਰ ਇਸ ਮਤ ਨਾਲ ਸਹਿਮਤ ਨਹੀਂ ਹਨ। ਪਰ ਇਹ ਅਟੱਲ ਸੱਚਾਈ ਹੈ ਕਿ ਨੂਰ ਜਹਾਂ ਦਾ ਜਹਾਂਗੀਰ ਦੇ ਰਾਜ ਪ੍ਰਬੰਧ ਉੱਤੇ ਬਹੁਤ ਪ੍ਰਭਾਵ ਸੀ। ਸਮਰਾਟ ਦੇ ਸਿੱਕਿਆਂ ਉੱਤੇ ਵੀ ਨੂਰ ਜਹਾਂ ਦਾ ਨਾਂ ਅੰਕਿਤ ਸੀ। ਦਰਬਾਰ ਵਿੱਚ ਉਸ ਦਾ ਆਪਣਾ ਇੱਕ ਟੋਲਾ ਸੀ ਔਰ ਉਸਦੇ ਪਿਤਾ ਇਤਮਾਦੁਦੀਨ ਦੌਲਾ ਦੀ ਉਪਾਧੀ ਦਿੱਤੀ ਗਈ ਉਸਦੇ ਪਿਤਾ ਨੂੰ।
ਔਰ ਇੱਕ ਵੱਡੇ ਵਜ਼ੀਰ ਦੇ ਅਹੁਦੇ ਉੱਤੇ ਲਗਾਇਆ ਗਿਆ ਸੀ। ਉਸ ਤਰ੍ਹਾਂ ਉਸ ਦਾ ਭਰਾ ਆਸਿਫ ਖਾਨ ਵੀ ਉੱਚੇ ਪਦ ਉੱਤੇ ਲੱਗਿਆ ਹੋਇਆ ਸੀ। ਬਾਅਦ ਦੇ ਵਿੱਚ ਉਸ ਦੇ ਭਰਾ ਆਸਿਫ ਖਾਨ ਦੀ ਪੁੱਤਰੀ ਰਾਜਕੁਮਾਰ ਖੁਰਮ, ਜਿਨ੍ਹਾਂ ਦਾ ਨਾਮ ਪਿੱਛੋਂ ਸ਼ਾਹਜਹਾਂ ਹੋਇਆ, ਉਸ ਦੇ ਨਾਲ ਵਿਆਹੀ ਗਈ ਸੀ। ਨੂਰ ਜਹਾਂ ਦੀ ਆਪਣੇ ਪਹਿਲੇ ਪਤੀ ਤੋਂ ਲੜਕੀ ਲਾਡਲੀ ਬੇਗਮ ਦਾ ਵਿਆਹ ਜਹਾਂਗੀਰ ਦੇ ਪੁੱਤਰ ਸ਼ਹਿਰਯਾਰ ਨਾਲ ਕਰ ਦਿੱਤਾ ਗਿਆ ਸੀ ਔਰ ਇਸ ਪਿੱਛੋਂ ਨੂਰ ਜਹਾਂ ਆਪਣੇ ਜਵਾਈ ਨੂੰ ਜਹਾਂਗੀਰ ਦਾ ਉੱਤਰਾਧਿਕਾਰੀ ਬਣਾਉਣ ਦੀਆਂ ਯੋਜਨਾਵਾਂ ਬਣਾਉਣ ਲੱਗ ਪਈ। ਪਹਿਲਾਂ ਉਹ ਖੁਰਮ ਨਾਲ ਸੀ, ਪਰ ਸ਼ਹਿਰਯਾਰ ਦੀ ਹਮਾਇਤੀ ਬਣ ਗਈ। ਇਸ ਤਰ੍ਹਾਂ ਹੌਲੀ ਹੌਲੀ ਨੂਰ ਜਹਾਂ ਜਹਾਂਗੀਰ ਉੱਤੇ ਆਪਣਾ ਪ੍ਰਭਾਵ ਵਧਾਉਂਦੀ ਗਈ। ਉਸ ਤੋਂ ਬਾਅਦ ਹੈ ਕਿ ਮੇਵਾੜ ਨੇ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ। ਜਹਾਂਗੀਰ ਨੇ ਮੇਵਾੜ ਨੂੰ ਜਿੱਤਣ ਦੇ ਯਤਨ ਜਾਰੀ ਰੱਖੇ ਸਨ ਔਰ 1605 ਈਸਵੀ ਸ਼ਹਿਜ਼ਾਦਾ ਪ੍ਰਵੇਸ਼ ਦੀ ਅਗਵਾਈ ਵਿੱਚ 20,000 ਫੌਜੀ ਮੇਵਾੜ ਜਿੱਤਣ ਲਈ ਭੇਜੇ, ਪਰ ਉਹਨਾਂ ਦਿਨਾਂ ਵਿੱਚ ਖੁਸਰੋ ਦੀ ਬਗਾਵਤ ਦੇ ਕਾਰਨ ਮੁਗਲਾਂ ਨੂੰ ਅਮਰ ਸਿੰਘ ਨਾਲ ਸਮਝੌਤਾ ਕਰਨਾ ਪਿਆ ਸੀ। ਬਾਅਦ ਦੇ ਵਿੱਚ ਫਿਰ ਜਦੋਂ ਸਫਲਤਾ ਮਿਲੀ ਮੇਵਾੜ ਦੇ ਵਿਰੁੱਧ, ਤਾਂ ਉਹ ਖੁਰਮ ਦੀ ਮਦਦ ਨਾਲ ਹੀ ਮਿਲੀ ਸੀ ਔਰ ਉਹਨਾਂ ਨੇ ਮੁਗਲਾਂ ਨੇ ਮੇਵਾੜ ਦੇ ਰਾਜੇ ਨੂੰ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਕਾਂਗੜਾ ਦੀ ਜਿੱਤ। 1620 ਵਿੱਚ ਜਹਾਂਗੀਰ ਨੇ ਕਾਂਗੜੇ ਨੂੰ ਜਿੱਤਣ ਲਈ ਆਪਣੇ ਸਭ ਤੋਂ ਯੋਗ ਪੁੱਤਰ ਰਾਜਕੁਮਾਰ ਖੁਰਮ ਨੂੰ ਇੱਕ ਵਿਸ਼ਾਲ ਸੈਨਾ ਦੇ ਨਾਲ ਭੇਜਿਆ ਔਰ ਖੁਰਮ ਨੇ ਦ੍ਰਿੜ ਇਰਾਦੇ ਨਾਲ ਕਿਲੇ ਨੂੰ ਘੇਰਾ ਪਾ ਲਿਆ ਔਰ 14 ਮਹੀਨਿਆਂ ਦੇ ਯਤਨਾਂ ਦੇ ਬਾਅਦ ਮੁਗਲਾਂ ਨੂੰ ਕਾਂਗੜੇ ਦਾ ਕਿਲਾ ਜਿੱਤਣ ਦੇ ਵਿੱਚ ਕਾਮਯਾਬੀ ਮਿਲੀ ਸੀ। ਉਸ ਤੋਂ ਬਾਅਦ ਨੈਕਸਟ ਹੈ ਕੂਚ ਬਿਹਾਰ ਨੂੰ ਅਧੀਨ ਕਰਨਾ। ਕੂਚ ਬਿਹਾਰ ਨੂੰ ਜਿੱਤਣ ਦੇ ਲਈ ਜਹਾਂਗੀਰ ਨੇ ਬੰਗਾਲ ਦੇ ਗਵਰਨਰ ਅਲਾਉਦੀਨ ਇਸਲਾਮ ਖਾਨ ਨੂੰ ਕੂਚ ਉੱਤੇ ਹਮਲਾ ਕਰਨ ਦੇ ਲਈ ਭੇਜਿਆ ਔਰ ਉਸਨੇ 1609 ਈਸਵੀ ਵਿੱਚ ਕੂਚ ਬਿਹਾਰ ਤੇ ਬਾਅਦ ਦੇ ਵਿੱਚ ਹਮਲਾ ਕੀਤਾ ਸੀ ਔਰ ਉਸ ਤੋਂ ਬਾਅਦ ਜਦੋਂ ਉੱਥੋਂ ਦਾ ਹਾਕਮ ਲక్ష్ਮੀ ਨਾਰਾਇਣ ਹਾਰ ਗਿਆ ਤਾਂ ਮੁਗਲਾਂ ਦੀ ਅਧੀਨਤਾ ਉਸਨੇ ਸਵੀਕਾਰ ਕਰ ਲਈ ਸੀ ਔਰ ਵਾਰਸ਼ਿਕ ਕਰ ਦੇਣਾ ਵੀ ਸਵੀਕਾਰ ਕਰ ਲਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਕਾਮਰੂਪ ਦੀ ਜਿੱਤ। ਲక్ష్ਮੀ ਨਾਰਾਇਣ ਨੇ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ। ਜਦੋਂ ਕੂਚ ਬਿਹਾਰ ਦੇ ਵਿੱਚ ਉਹ ਹਾਰ ਗਿਆ ਸੀ ਤਾਂ ਉਸਨੇ ਕਾਮਰੂਪ ਉੱਤੇ ਹਮਲਾ ਕਰਨ ਲਈ ਮੁਗਲਾਂ ਨੂੰ ਉਕਸਾਇਆ, ਕਿਉਂਕਿ ਉੱਥੇ ਉਸਦਾ ਚਚੇਰਾ ਭਰਾ ਕਾਮਰੂਪ ਦਾ ਹਾਕਮ ਸੀ। ਉਸ ਨਾਲ ਲక్ష్ਮੀ ਨਾਰਾਇਣ ਦੀ ਬਹੁਤ ਈਰਖਾ ਸੀ ਔਰ ਬੰਗਾਲ ਦੇ ਗਵਰਨਰ ਅਲਾਉਦੀਨ ਇਸਲਾਮ ਖਾਨ ਨੇ 1613 ਈਸਵੀ ਵਿੱਚ ਕਾਮਰੂਪ ਤੇ ਹਮਲਾ ਕਰ ਦਿੱਤਾ ਸੀ ਔਰ ਕਾਮਰੂਪ ਦੇ ਰਾਜੇ ਪ੍ਰਿਕਸ਼ਤ ਨੇ 9 ਮਹੀਨਿਆਂ ਤੱਕ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ, ਲੇਕਿਨ ਅੰਤ ਵਿੱਚ ਉਹ ਹਾਰ ਗਿਆ ਸੀ। ਇਸ ਤਰ੍ਹਾਂ ਕਾਮਰੂਪ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਨੈਕਸਟ ਹੈ ਅਸਾਮ ਉੱਤੇ ਅਸਫਲ ਹਮਲਾ। 1615 ਈਸਵੀ ਵਿੱਚ ਮੁਗਲ ਸੈਨਾ ਨੂੰ ਸੈਯਦ ਅਬੂ ਬਕਰ ਦੀ ਅਗਵਾਈ ਹੇਠ ਅਸਾਮ ਉੱਤੇ ਹਮਲਾ ਕਰਨ ਲਈ ਭੇਜਿਆ ਗਿਆ, ਪਰ ਪਹਿਲਾਂ ਮੁਗਲ ਫੌਜਾਂ ਅੱਗੇ ਵਧੀਆਂ ਪਰ ਅੰਤ ਵਿੱਚ ਹਾਰ ਗਈਆਂ ਅਤੇ ਪਿੱਛੇ ਮੁੜ ਆਈਆਂ। ਇਸ ਲਈ ਅਸਾਮ ਦਾ ਰਾਜ ਮੁਗਲਾਂ ਲਈ ਸਿਰਦਰਦੀ ਬਣਿਆ ਰਿਹਾ ਸੀ। ਉਸ ਤੋਂ ਬਾਅਦ ਨੈਕਸਟ ਹੈ ਕੰਧਾਰ ਦਾ ਖੁੱਸ ਜਾਣਾ, ਭਾਵ ਕੰਧਾਰ ਮੁਗਲਾਂ ਦੇ ਹੱਥੋਂ ਜਾਂਦਾ ਰਿਹਾ। 1622 ਈਸਵੀ ਨੂੰ ਈਰਾਨ ਦੇ ਸ਼ਾਹ ਅਬਾਸ ਦੀ ਸੈਨਾ ਨੇ ਕੰਧਾਰ ਉੱਤੇ ਇੱਕਦਮ ਹਮਲਾ ਬੋਲ ਕੇ ਕੰਧਾਰ ਨੂੰ ਆਪਣੇ ਅਧੀਨ ਕਰ ਲਿਆ ਸੀ ਔਰ ਕੰਧਾਰ ਦੇ ਹੱਥੋਂ ਨਿਕਲਣ ਬਾਅਦ ਜਹਾਂਗੀਰ ਨੂੰ ਭਾਰੀ ਚਿੰਤਾ ਪੈ ਗਈ ਸੀ ਔਰ ਉਸਨੇ ਰਾਜਕੁਮਾਰ ਖੁਰਮ ਨੂੰ ਕੰਧਾਰ ਫਤਿਹ ਕਰਨ ਲਈ ਭੇਜਿਆ, ਲੇਕਿਨ ਖੁਰਮ ਨੂਰ ਜਹਾਂ ਦੀ ਆਦਤਾਂ ਤੋਂ ਤੰਗ ਆ ਚੁੱਕਿਆ ਸੀ। ਇਸ ਲਈ ਉਸਨੇ ਬਾਦਸ਼ਾਹ ਦੀ ਆਗਿਆ ਦੀ ਉਲੰਘਣਾ ਕੀਤੀ ਔਰ ਤੇ ਵਿਦਰੋਹ ਕਰ ਦਿੱਤਾ ਸੀ। ਇਸ ਤਰ੍ਹਾਂ ਕੰਧਾਰ ਮੁਗਲਾਂ ਹੱਥੋਂ ਜਾਂਦਾ ਰਿਹਾ ਔਰ ਈਰਾਨੀ ਸ਼ਾਸਕ ਨੇ ਇੱਕ ਪੱਤਰ ਰਾਹੀਂ ਜਹਾਂਗੀਰ ਨੂੰ ਦੱਸਿਆ ਕਿ ਕੰਧਾਰ ਉੱਤੇ ਈਰਾਨੀਆਂ ਦੇ ਸ਼ਾਹੀ ਦਰਬਾਰ ਦਾ ਵਾਸਤਵਿਕ ਭਾਵ ਅਸਲ ਅਧਿਕਾਰ ਉਹਨਾਂ ਦਾ ਹੀ ਹੈ। ਜਹਾਂਗੀਰ ਨੂੰ ਬਹੁਤ ਗੁੱਸਾ ਆਇਆ ਇਸ ਚੀਜ਼ ਤੇ ਔਰ ਉਸਨੇ ਕੰਧਾਰ ਜਿੱਤਣ ਲਈ ਇੱਕ ਮੁਹਿੰਮ, ਇੱਕ ਯੋਜਨਾ ਬਣਾਈ, ਪਰ ਖੁਰਮ ਦੇ ਵਿਦਰੋਹ ਅਤੇ ਕਈ ਹੋਰ ਕਾਰਨਾਂ ਕਰਕੇ ਉਹ ਮੁਹਿੰਮ ਭੇਜ ਨਹੀਂ ਸਕਿਆ। ਕੰਧਾਰ ਜਹਾਂਗੀਰ ਦੇ ਹੱਥੋਂ ਚਲਿਆ ਗਿਆ ਔਰ ਇਸ ਤਰ੍ਹਾਂ ਮੁਗਲ ਸਾਮਰਾਜ ਨੂੰ ਭਾਰੀ ਹਾਨੀ ਪਹੁੰਚੀ ਸੀ। ਉਸ ਤੋਂ ਬਾਅਦ ਨੈਕਸਟ ਹੈ ਰਾਜਕੁਮਾਰ ਖੁਰਮ ਦਾ ਵਿਦਰੋਹ। ਰਾਜਕੁਮਾਰ ਖੁਰਮ ਨੇ ਵਿਦਰੋਹ ਕਰ ਦਿੱਤਾ ਸੀ ਕਿਉਂਕਿ ਜਹਾਂਗੀਰ ਦੇ 4 ਪੁੱਤਰ ਸਨ। ਉਹਨਾਂ ਦੇ ਨਾਂ ਖੁਸਰੋ, ਪਰਵੇਜ਼, ਖੁਰਮ ਅਤੇ ਸ਼ਹਿਰਯਾਰ ਸਨ ਔਰ ਨੂਰ ਜਹਾਂ ਦੇ ਪਹਿਲੇ ਪਤੀ ਤੋਂ ਜੋ ਲੜਕੀ ਸੀ ਜਿਸ ਦਾ ਨਾਮ ਲਾਡਲੀ ਬੇਗਮ ਸੀ, ਉਸ ਦੀ ਸ਼ਾਦੀ ਸ਼ਹਿਰਯਾਰ ਨਾਲ ਕਰ ਦਿੱਤੀ ਗਈ। ਇਸ ਕਰਕੇ ਆਪਣੇ ਜਵਾਈ ਸ਼ਹਿਰਯਾਰ ਨੂੰ ਜਹਾਂਗੀਰ ਤੋਂ ਬਾਅਦ ਬਾਦਸ਼ਾਹ ਬਣਾਉਣਾ ਚਾਹੁੰਦੀ ਸੀ ਨੂਰ ਜਹਾਂ, ਲੇਕਿਨ ਖੁਰਮ ਨੂੰ ਇਹ ਚੰਗਾ ਨਹੀਂ ਲੱਗਾ ਔਰ ਉਸਨੇ ਵਿਦਰੋਹ ਕਰ ਦਿੱਤਾ ਸੀ ਔਰ ਬਾਅਦ ਦੇ ਵਿੱਚ ਸ਼ਾਹੀ ਫੌਜਾਂ ਨੇ ਉਸ ਨੂੰ ਹਰਾ ਦਿੱਤਾ ਸੀ ਔਰ ਖੁਰਮ ਹਾਰ ਕੇ ਮੇਵਾੜ ਦੇ ਰਾਣਾ ਦੀ ਸ਼ਰਨ ਵਿੱਚ ਚਲਾ ਗਿਆ ਔਰ ਉੱਥੋਂ ਦੱਖਣ ਵੱਲ ਚਲਾ ਗਿਆ ਸੀ। ਬਾਅਦ ਵਿੱਚ
ਕੁਝ ਸਮੇਂ ਬਾਅਦ ਖੁਰਮ ਨੇ ਬਾਦਸ਼ਾਹ ਤੋਂ ਮੁਆਫੀ ਮੰਗ ਲਈ ਸੀ। ਉਸ ਤੋਂ ਬਾਅਦ ਨੈਕਸਟ ਹੈ ਮੁਹੱਬਤ ਖਾਂ ਦਾ ਵਿਦਰੋਹ। ਮੁਹੱਬਤ ਖਾਂ ਜਹਾਂਗੀਰ ਦਾ ਇੱਕ ਯੋਗ ਅਤੇ ਸ਼ਕਤੀਸ਼ਾਲੀ ਸੈਨਾਪਤੀ ਸੀ। ਅਨੇਕਾਂ ਯੁੱਧਾਂ ਵਿੱਚ ਉਸਨੇ ਬਾਦਸ਼ਾਹ ਜਹਾਂਗੀਰ ਨੂੰ ਜਿੱਤਾਂ ਦਿਵਾਈਆਂ ਸਨ, ਪਰ ਨੂਰ ਜਹਾਂ ਅਤੇ ਉਸਦੇ ਭਰਾ ਆਸਿਫ ਖਾਨ ਨਾਲ ਉਸਦੀ ਬਣਦੀ ਨਹੀਂ ਸੀ, ਔਰ ਇਸ ਕਰਕੇ ਉਸਨੇ ਵਿਦਰੋਹ ਕਰ ਦਿੱਤਾ ਸੀ। ਔਰ ਮੁਹੱਬਤ ਖਾਨ ਨੇ ਨੂਰ ਜਹਾਂ ਅਤੇ ਜਹਾਂਗੀਰ ਨੂੰ ਬੰਦੀ ਬਣਾ ਲਿਆ ਸੀ, ਲੇਕਿਨ ਨੂਰ ਜਹਾਂ ਦੀ ਇੱਕ ਚਾਲ ਨੇ ਬਾਦਸ਼ਾਹ ਅਤੇ ਆਪਣੇ ਆਪ ਨੂੰ ਆਜ਼ਾਦ ਕਰਵਾ ਲਿਆ ਸੀ, ਔਰ ਇਸ ਵਿਦਰੋਹ ਨੂੰ ਦਬਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਦੱਖਣ ਦੀਆਂ ਮੁਹਿੰਮਾਂ। ਜਹਾਂਗੀਰ ਨੇ ਦੱਖਣ ਦੀ ਨੀਤੀ ਨੂੰ ਆਪਣੇ ਪਿਤਾ ਦੀਆਂ ਲੀਹਾਂ ਉੱਤੇ ਚਲਾਇਆ, ਔਰ ਕੁਝ ਦੇਰ ਲਈ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਅਤੇ ਕੰਧਾਰ ਦੀਆਂ ਮੁਹਿੰਮਾਂ ਕਾਰਨ ਦੱਖਣ ਵੱਲ ਧਿਆਨ ਨਹੀਂ ਦੇ ਸਕਿਆ। ਪਰ ਜਦੋਂ ਉਸਨੇ ਦੱਖਣ ਜਿੱਤਣ ਦਾ ਯਤਨ ਕੀਤਾ ਦੱਖਣ ਵਾਲੇ ਪਾਸੇ ਨੂੰ, ਤਾਂ ਉਸ ਦਾ ਵਾਹ ਅਸਾਧਾਰਨ ਸੈਨਿਕ ਪ੍ਰਤਿਭਾ ਦੇ ਮਾਲਿਕ ਮਲਿਕ ਅੰਬਰ ਨਾਲ ਪਿਆ ਸੀ। ਔਰ ਮਲਿਕ ਅੰਬਰ ਦਾ ਜਨਮ ਐਬਸੀਨੀਆ ਦਾ ਸੀ, ਅਤੇ ਉਹ ਆਪਣੇ ਨਿੱਜੀ ਗੁਣਾਂ ਕਰਕੇ, ਆਪਣੀ ਬਹਾਦਰੀ ਦੇ ਕਰਕੇ ਬਹੁਤ ਉੱਚੇ ਅਹੁਦੇ ਤੱਕ ਪਹੁੰਚ ਗਿਆ ਸੀ, ਔਰ ਬਹੁਤ ਉੱਚੀ ਉਸ ਦੀ ਸ਼ਖਸੀਅਤ ਹੋ ਚੁੱਕੀ ਸੀ ਉਸ ਸਮੇਂ। ਉਸਨੇ ਆਪਣੀ ਸ਼ਕਤੀ ਨਾਲ ਅਹਿਮਦਨਗਰ ਦਾ ਉਹ ਸਾਰਾ ਇਲਾਕਾ ਮੁਗਲਾਂ ਦੇ ਕੋਲੋਂ ਵਾਪਸ ਲੈ ਲਿਆ ਸੀ ਜੋ ਅਕਬਰ ਨੇ ਫਤਿਹ ਕੀਤਾ ਸੀ। ਆਪਣੀ ਮਿਹਨਤ ਦੇ ਨਾਲ ਉਸਨੇ ਅਹਿਮਦਨਗਰ ਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਵਧਾ ਦਿੱਤਾ ਸੀ। ਉਹ ਬਹੁਤ ਹੀ ਯੋਗ ਕੁਸ਼ਲ ਪ੍ਰਬੰਧਕ ਵੀ ਸੀ। ਉਸਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਵੈਰੀਆਂ ਉੱਤੇ ਕਾਬੂ ਪਾਈ ਰੱਖਿਆ। ਔਰ 1608 ਈਸਵੀ ਜਹਾਂਗੀਰ ਨੇ ਅਬਦੁਲ ਰਹੀਮ ਖਾਨ ਦੀ ਅਗਵਾਈ ਦੇ ਵਿੱਚ ਮੁਗਲ ਸੈਨਾ ਨੂੰ ਅਹਿਮਦਨਗਰ 'ਤੇ ਹਮਲਾ ਕਰਨ ਲਈ ਭੇਜਿਆ, ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ ਸੀ। ਔਰ ਇਸ ਪਿੱਛੋਂ ਜਹਾਂਗੀਰ ਨੇ ਖਾਨ ਜਹਾਂ ਲੋਧੀ ਅਤੇ ਸੁਜਾਤ ਖਾਨ ਦੇ ਅਧੀਨ ਮੁਗਲ ਸੈਨਾ ਅਹਿਮਦਨਗਰ 'ਤੇ ਹਮਲਾ ਕਰਨ ਲਈ ਭੇਜੀ, ਪਰ ਮੁਗਲ ਸੈਨਾ ਮਲਿਕ ਅੰਬਰ ਨੂੰ ਹਰਾਉਣ ਵਿੱਚ ਅਸਫਲ ਰਹੀ। ਉਸ ਤੋਂ ਬਾਅਦ ਰਾਜਕੁਮਾਰ ਖੁਰਮ ਦੀ ਅਗਵਾਈ ਵਿੱਚ ਮੁਗਲ ਸੈਨਾ ਨੇ ਫਿਰ ਅਹਿਮਦਨਗਰ 'ਤੇ ਹਮਲਾ ਕੀਤਾ ਸੀ, ਔਰ ਜਹਾਂਗੀਰ ਆਪ ਵੀ ਖੁਰਮ ਦੀ ਸਹਾਇਤਾ ਲਈ ਮਾਂਡੂ ਪਹੁੰਚ ਗਿਆ ਸੀ, ਔਰ ਮੁਗਲ ਸੈਨਾ ਜਿੱਧਰ ਵੀ ਜਾ ਰਹੀ ਸੀ ਉਹ ਨਾਸ਼ ਕਰਦੀ ਜਾ ਰਹੀ ਸੀ। ਤਾਂ ਅੰਤ ਵਿੱਚ ਮਲਿਕ ਅੰਬਰ ਨੂੰ ਮੁਗਲਾਂ ਨਾਲ ਸੰਧੀ ਕਰਨੀ ਪਈ ਸੀ, ਔਰ ਇਸ ਸੰਧੀ ਅਨੁਸਾਰ ਮੁਗਲਾਂ ਨੂੰ ਬਾਲਘਾਟ ਅਤੇ ਅਹਿਮਦਨਗਰ ਦੇ ਕਿਲੇ ਮਿਲ ਗਏ ਸਨ, ਔਰ ਸੁਲਤਾਨ ਨੇ ਰਾਜਕੁਮਾਰ ਨੂੰ 15 ਲੱਖ ਰੁਪਏ ਦੀਆਂ ਸੁਗਾਤਾਂ ਵੀ ਦਿੱਤੀਆਂ ਸਨ। ਜਹਾਂਗੀਰ ਬਹੁਤ ਖੁਸ਼ ਹੋਇਆ, ਔਰ ਉਸਨੇ ਖੁਰਮ ਨੂੰ ਸ਼ਾਹਜਹਾਂ ਦੀ ਉਪਾਧੀ ਦਿੱਤੀ, ਔਰ ਉਸ ਨੂੰ 30,000 ਜਾਤ ਅਤੇ 20,000 ਦਾ ਮਨਸਬਦਾਰ ਬਣਾ ਦਿੱਤਾ ਗਿਆ ਸੀ। ਇੱਕ ਭਾਰੀ ਜਸ਼ਨ ਮਨਾਇਆ ਗਿਆ ਸੀ। ਪਰ ਮਲਿਕ ਅੰਬਰ ਨੇ 1620 ਈਸਵੀ ਤੱਕ ਬੀਜਾਪੁਰ ਅਤੇ ਗੋਲਕੁੰਡਾ ਦੀ ਸਹਾਇਤਾ ਨਾਲ ਸਾਰੇ ਇਲਾਕੇ ਵਾਪਸ ਲੈ ਰਹੇ ਸਨ। ਤਾਂ ਇਸ ਤਰ੍ਹਾਂ ਜਹਾਂਗੀਰ ਦੀ ਦੱਖਣ ਦੀ ਨੀਤੀ ਅਸਫਲ ਰਹੀ ਸੀ। ਇਹ ਤਾਂ ਸੀ ਪਿਆਰੇ ਵਿਦਿਆਰਥੀਓ ਜਹਾਂਗੀਰ ਦੇ ਬਾਰੇ ਅਸੀਂ ਪੜ੍ਹਿਆ, ਜਿਸ ਦੇ ਵਿੱਚ ਉਸਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਮੁਗਲ ਸਾਮਰਾਜ ਨੂੰ ਉਹ ਤਰੱਕੀ ਦੀਆਂ ਲੀਹਾਂ 'ਤੇ ਲੈ ਜਾਣ। ਇਸ ਦੇ ਵਿੱਚ ਅਸੀਂ ਉਸਦੇ 12 ਸੁਧਾਰਾਂ ਬਾਰੇ ਪੜ੍ਹਿਆ, ਔਰ ਇਸ ਦੇ ਨਾਲ ਨੂਰ ਜਹਾਂ ਨਾਲ ਵਿਆਹ ਦੇ ਬਾਰੇ, ਔਰ ਮੇਵਾੜ ਨੇ ਮੁਗਲਾਂ ਦੀ ਅਧੀਨਤਾ ਸਵੀਕਾਰ ਕਰਨ ਬਾਰੇ, ਉਸ ਤੋਂ ਬਾਅਦ ਕਾਂਗੜਾ ਦੀ ਜਿੱਤ, ਕੂਚ ਬਿਹਾਰ ਦੀ ਜਿੱਤ ਦੇ ਬਾਰੇ, ਔਰ ਕਾਮਰੂਪ ਦੀ ਜਿੱਤ, ਇਸੇ ਤਰ੍ਹਾਂ ਅਸਾਮ ਦੇ ਅਸਫਲ ਹਮਲੇ ਬਾਰੇ, ਔਰ ਉਸ ਤੋਂ ਬਾਅਦ ਕੰਧਾਰ ਦੇ ਚਲੇ ਜਾਣਾ। ਕੰਧਾਰ ਵੀ ਉਹਨਾਂ ਦੇ ਹੱਥੋਂ ਚਲਾ ਗਿਆ ਸੀ। ਰਾਜਕੁਮਾਰ ਖੁਰਮ ਨੇ ਵਿਦਰੋਹ ਕੀਤਾ, ਇਸੇ ਤਰ੍ਹਾਂ ਮੁਹੱਬਤ ਖਾਂ ਦੇ ਵਿਦਰੋਹ ਨੂੰ ਉਹਨਾਂ ਨੇ ਕੁਚਲਿਆ, ਔਰ ਦੱਖਣ ਦੀਆਂ ਮੁਹਿੰਮਾਂ ਦੇ ਵਿੱਚ ਵੀ ਜਹਾਂਗੀਰ ਪੂਰੀ ਤਰ੍ਹਾਂ ਸਫਲ ਨਹੀਂ ਹੋ ਪਾਏ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਸ਼ਾਹਜਹਾਂ ਅਤੇ ਮੁਗਲ ਸਾਮਰਾਜ, ਸ਼ਾਹਜਹਾਂ ਐਂਡ ਮੁਗਲ ਅੰਪਾਇਰ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਹਜਹਾਂ ਦੀਆਂ ਦੱਖਣ ਦੀਆਂ ਜਿੱਤਾਂ। ਜਹਾਂਗੀਰ ਦੀ ਮੌਤ ਤੋਂ ਬਾਅਦ 1627 ਈਸਵੀ ਨੂੰ ਜਦੋਂ ਜਹਾਂਗੀਰ ਦੀ ਮੌਤ ਹੋਈ, ਤਾਂ ਨੂਰ ਜਹਾਂ ਨੇ ਉਸ ਸਮੇਂ ਆਪਣੇ ਦਮਾਦ ਸ਼ਹਰਯਾਰ ਨੂੰ ਮੁਗਲ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਸੀ। ਦੂਜੇ ਪਾਸੇ ਨੂਰ ਜਹਾਂ ਦਾ ਭਰਾ ਆਸਿਫ ਖਾਨ ਆਪਣੇ ਦਮਾਦ ਖੁਰਮ, ਜਿਸ ਦਾ ਨਾਮ ਸ਼ਾਹਜਹਾਂ ਸੀ, ਨੂੰ ਮੁਗਲ ਬਾਦਸ਼ਾਹ ਬਣਾਉਣ ਦਾ ਇੱਛੁਕ ਸੀ। ਇਸ ਕਰਕੇ ਖੁਰਮ ਨੇ 1628 ਈਸਵੀ ਨੂੰ ਮੁਗਲ ਗੱਦੀ ਸੰਭਾਲ ਲਈ, ਔਰ ਉਸਨੇ 1658 ਈਸਵੀ ਤੱਕ ਰਾਜ ਕੀਤਾ ਸੀ। ਆਪਣੇ 30 ਸਾਲਾਂ ਦੇ ਰਾਜਕਾਲ ਵਿੱਚ ਮੁਗਲ ਸਾਮਰਾਜ ਦੇ ਵਿਸਥਾਰ ਅਤੇ ਵਿਕਾਸ ਦੇ ਲਈ ਉਸਨੇ ਬਹੁਤ ਯਤਨ ਕੀਤੇ, ਔਰ ਸ਼ਾਂਤੀ ਕਾਇਮ ਰੱਖਣ ਲਈ ਜੁਝਾਰ ਸਿੰਘ ਬੁਦੇਲਾ ਅਤੇ ਖਾਨ ਜਹਾਂ ਲੋਧੀ ਦੇ ਵਿਦਰੋਹਾਂ ਨੂੰ ਉਸਨੇ ਦਬਾਇਆ ਸੀ। ਔਰ ਇਸ ਤਰ੍ਹਾਂ ਸ਼ਾਹਜਹਾਂ ਨੇ ਹੁਗਲੀ ਦੇ ਪੁਰਤਗਾਲੀਆਂ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਸੀ, ਜਿਨ੍ਹਾਂ ਨੇ ਵਪਾਰਿਕ ਰਿਆਇਤਾਂ ਦੀ ਦੁਰਵਰਤੋਂ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਿਨਾਂ ਸ਼ਾਹਜਹਾਂ ਨੇ ਕਈ ਜਿੱਤਾਂ ਵੀ ਪ੍ਰਾਪਤ ਕੀਤੀਆਂ ਸਨ। ਸਭ ਤੋਂ ਪਹਿਲਾਂ ਉਹਨਾਂ ਦੀ ਦੱਖਣ ਦੀ ਜਿੱਤਾਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਫਸਟ ਹੈ ਅਹਿਮਦਨਗਰ ਦੀ ਜਿੱਤ। ਮਲਿਕ ਅੰਬਰ ਦੀ ਮੌਤ ਪਿੱਛੋਂ ਉਸਦਾ ਪੁੱਤਰ ਫਤਿਹ ਖਾਂ ਮੰਤਰੀ ਬਣਿਆ, ਔਰ ਇਹ ਮੁਗਲਾਂ ਨਾਲ ਮਿੱਤਰਤਾ ਦੇ ਹੱਕ ਵਿੱਚ ਸੀ। ਉਸਨੇ ਸੁਲਤਾਨ ਨੂੰ ਕਤਲ ਕਰਵਾ ਦਿੱਤਾ ਅਤੇ ਉਸਦੇ ਨਾਬਾਲਗ ਪੁੱਤਰ ਸੁਲਤਾਨ ਹੁਸੈਨ ਨੂੰ
ਗੱਦੀ ਉੱਤੇ ਬਿਠਾ ਦਿੱਤਾ ਸੀ। ਔਰ ਮੁਗਲ ਫੌਜ ਉਸ ਸਮੇਂ ਇੱਧਰ ਸ਼ਾਹਜਹਾਂ ਨੂੰ ਜਦੋਂ ਸੁਨੇਹਾ ਭੇਜਿਆ ਗਿਆ ਤਾਂ ਮੁਗਲ ਫੌਜ ਅਹਿਮਦਨਗਰ ਪਹੁੰਚ ਗਈ ਔਰ ਫਤਿਹ ਖਾਨ ਨੇ 10 ਲੱਖ ਰੁਪਇਆ ਲੈ ਕੇ ਗਦਾਰੀ ਕਰ ਲਈ ਔਰ ਸ਼ਾਹਜਹਾਂ ਦਾ ਅਹਿਮਦਨਗਰ ਉੱਤੇ ਅਧਿਕਾਰ ਹੋ ਗਿਆ ਸੀ। ਨਾਬਾਲਗ ਸੁਲਤਾਨ ਹੁਸੈਨ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਫਤਿਹ ਖਾਨ ਨੂੰ ਬਹੁਤ ਇਨਾਮ ਵੀ ਮਿਲਿਆ ਔਰ ਲਾਹੌਰ ਦੇ ਵਿੱਚ ਚੰਗੀ ਨੌਕਰੀ ਮਿਲੀ ਸੀ। ਉਸ ਤੋਂ ਬਾਅਦ ਸੈਕਿੰਡ ਹੈ ਸ਼ਾਹਜਹਾਂ ਦੀ ਬੀਜਾਪੁਰ ਨਾਲ ਲੜਾਈ। 1631 ਵਿੱਚ ਆਸਿਫ ਖਾਨ ਨੂੰ ਬੀਜਾਪੁਰ ਜਿੱਤਣ ਲਈ ਭੇਜਿਆ ਗਿਆ ਔਰ ਉਸ ਦਾ ਰਸਤ ਪਾਣੀ ਖਤਮ ਹੋ ਗਿਆ, ਇਸ ਕਰਕੇ ਉਸਨੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸਨੂੰ ਵਾਪਸ ਬੁਲਾ ਲਿਆ ਗਿਆ। ਫਿਰ ਉਸ ਦੀ ਥਾਂ 1636 ਦੇ ਵਿੱਚ ਮੁਹਾਬਤ ਖਾਨ ਨੂੰ ਭੇਜਿਆ ਗਿਆ। ਮਾਮੂਲੀ ਲੜਾਈ ਤੋਂ ਬਾਅਦ ਉਸਨੇ ਬੀਜਾਪੁਰ ਨੂੰ ਜਿੱਤ ਲਿਆ ਸੀ। ਅੰਤ ਵਿੱਚ ਸੁਲਤਾਨ ਨੇ ਸੰਧੀ ਕਰ ਲਈ ਔਰ 20 ਲੱਖ ਰੁਪਇਆ ਵਾਰਸ਼ਿਕ ਕਰ ਦੇਣਾ ਪ੍ਰਵਾਨ ਕਰ ਲਿਆ ਸੀ। ਬਾਅਦ ਦੇ ਵਿੱਚ ਜਦੋਂ 1653 ਵਿੱਚ ਔਰੰਗਜ਼ੇਬ ਦੱਖਣ ਦਾ ਸੂਬੇਦਾਰ ਬਣਿਆ ਤਾਂ ਗੋਲਕੁੰਡਾ ਅਤੇ ਬੀਜਾਪੁਰ ਉੱਤੇ ਦੂਜੀ ਵਾਰੀ ਜਿੱਤਾਂ ਪ੍ਰਾਪਤ ਕਰਨੀਆਂ ਜ਼ਰੂਰੀ ਹੋ ਗਈਆਂ ਸਨ ਅਤੇ ਬੀਜਾਪੁਰ ਦੇ ਹਾਕਮ ਸੁਲਤਾਨ ਆਦਿਲ ਸ਼ਾਹ ਦੀ ਮੌਤ ਤੋਂ ਪਿੱਛੋਂ ਉਸਦੇ ਪੁੱਤਰ ਆਦਿਲ ਸ਼ਾਹ ਦੂਜੇ ਦੀ ਕਮਜ਼ੋਰੀ ਦੇਖ ਕੇ ਔਰੰਗਜ਼ੇਬ ਨੇ ਹਮਲਾ ਕਰ ਦਿੱਤਾ ਸੀ ਔਰ ਬੀਜਾਪੁਰ ਨੂੰ ਜਿੱਤ ਲਿਆ ਸੀਗਾ। ਔਰੰਗਜ਼ੇਬ ਨੂੰ 1 ਕਰੋੜ ਰੁਪਇਆ ਮਿਲਿਆ ਜਦੋਂ ਉਸਨੇ ਸੰਧੀ ਕਰ ਲਈ ਸੀ, ਤਾਂ ਨਾਲ ਹੀ ਬਿਦਰ ਅਤੇ ਕਲਿਆਣੀ ਦੇ ਕਿਲੇ ਵੀ ਮਿਲ ਗਏ ਸਨ। ਉਸ ਤੋਂ ਬਾਅਦ ਨੈਕਸਟ ਹੈ ਗੋਲਕੁੰਡਾ ਦੀ ਅਧੀਨਤਾ। ਬੀਜਾਪੁਰ ਦੀ ਜਿੱਤ ਤੋਂ ਬਾਅਦ ਗੋਲਕੁੰਡਾ ਦੀ ਅਧੀਨਤਾ ਕਿ 1636 ਦੇ ਵਿੱਚ ਉਸ ਸਮੇਂ ਗੋਲਕੁੰਡਾ ਨੇ ਅਹਿਮਦਨਗਰ ਦੀ ਸਹਾਇਤਾ ਕੀਤੀ ਸੀ, ਇਸ ਲਈ ਸ਼ਾਹਜਹਾਂ ਉਸ ਨੂੰ ਵੀ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਗੋਲਕੁੰਡਾ ਦੇ ਸੁਲਤਾਨ ਨੇ ਕਈ ਸਾਲਾਂ ਤੋਂ ਲਗਾਨ ਵੀ ਨਹੀਂ ਭੇਜਿਆ ਸੀ। ਨਾਲ ਹੀ ਸੁਲਤਾਨ ਦੇ ਆਪਣੇ ਮੰਤਰੀ ਮੀਰ ਜੁਮਲਾ ਦੀ ਅਣਬਣ ਹੋ ਗਈ ਸੀ ਔਰ ਮੰਤਰੀ ਔਰੰਗਜ਼ੇਬ ਪਾਸੋਂ ਸਹਾਇਤਾ ਲਈ ਪਹੁੰਚਿਆ। ਸੁਲਤਾਨ ਨੇ ਪਿੱਛੋਂ ਮੀਰ ਜੁਮਲਾ ਦਾ ਪੁੱਤਰ ਕੈਦ ਕਰ ਲਿਆ ਸੀ ਔਰ ਔਰੰਗਜ਼ੇਬ ਨੇ ਗੋਲਕੁੰਡਾ ਦੇ ਸੁਲਤਾਨ ਪਾਸੋਂ ਮੀਰ ਜੁਮਲਾ ਦੇ ਪੁੱਤਰ ਦੀ ਰਿਹਾਈ ਮੰਗੀ। ਉਸ ਦੇ ਨਾ ਕਰਨ ਤੇ ਔਰੰਗਜ਼ੇਬ ਨੇ ਸ਼ਾਹਜਹਾਂ ਤੋਂ ਪ੍ਰਵਾਨਗੀ ਲੈ ਕੇ ਗੋਲਕੁੰਡਾ ਤੇ ਹਮਲਾ ਕਰ ਦਿੱਤਾ ਸੀ। ਸ਼ਾਹਜਹਾਂ ਵੀ ਉੱਥੇ ਪਹੁੰਚ ਗਿਆ ਤੇ ਸੁਲਤਾਨ ਕੁਤੁਬ ਸ਼ਾਹ ਨੇ ਸੰਧੀ ਕਰ ਲਈ ਔਰ 6 ਲੱਖ ਵਾਰਸ਼ਿਕ ਕਰ ਦੇਣਾ ਸਵੀਕਾਰ ਕਰ ਲਿਆ ਸੀ। ਉਸ ਤੋਂ ਬਾਅਦ ਹੈ ਔਰੰਗਜ਼ੇਬ ਦੱਖਣ ਦਾ ਸੂਬੇਦਾਰ। ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਦੱਖਣ ਦਾ 2 ਵਾਰੀ ਸੂਬੇਦਾਰ ਬਣਾਇਆ ਸੀ ਔਰ ਉਸ ਤੋਂ ਬਾਅਦ 1636 ਤੋਂ 44 ਔਰ ਦੂਜੀ ਵਾਰ 1653 ਈਸਵੀ ਵਿੱਚ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਗੋਲਕੁੰਡਾ ਤੇ ਬੀਜਾਪੁਰ ਸੁਤੰਤਰ ਹੋ ਗਏ ਸਨ। ਔਰੰਗਜ਼ੇਬ ਉਹਨਾਂ ਤੇ ਹਮਲਾ ਕਰਕੇ ਫਿਰ ਤੋਂ ਵਾਰਸ਼ਿਕ ਕਰ ਦੇਣ ਲਈ ਉਹਨਾਂ ਨੂੰ ਮਜਬੂਰ ਕਰ ਦਿੱਤਾ ਸੀ। ਉਸ ਤੋਂ ਬਾਅਦ ਦੂਜਾ ਪੁਆਇੰਟ ਹੈ ਸਾਡੇ ਕੋਲ ਮੇਨ ਕਿ ਉੱਤਰੀ ਭਾਰਤ ਵਿੱਚ ਛੋਟੀਆਂ ਜਿੱਤਾਂ, ਕਿ ਸ਼ਾਹਜਹਾਂ ਨੇ ਉੱਤਰੀ ਭਾਰਤ ਦੇ ਵਿੱਚ ਵੀ ਛੋਟੀ ਛੋਟੀਆਂ ਜਿੱਤਾਂ ਪ੍ਰਾਪਤ ਕੀਤੀਆਂ ਔਰ ਕਈ ਵਿਦਰੋਹੀਆਂ ਨੂੰ ਕੁਚਲਿਆ ਸੀ ਉਸਨੇ। ਸਭ ਤੋਂ ਪਹਿਲੀ ਹੈ ਉਸਦੀ ਬਲੋਚਿਸਤਾਨ ਜਾਂ ਛੋਟੇ ਤਿੱਬਤ ਦੀ ਜਿੱਤ। ਛੋਟੀਆਂ ਜਿੱਤਾਂ ਵਿੱਚ ਸਭ ਤੋਂ ਮਹੱਤਵਪੂਰਨ ਜਿੱਤ ਸੀ ਉਸਦੀ ਬਲੋਚਿਸਤਾਨ ਜਾਂ ਛੋਟੇ ਤਿੱਬਤ ਦੀ ਜਿੱਤ। ਉੱਥੋਂ ਦੇ ਹਾਕਮ ਅਬਦਾਲ ਨੇ ਕਸ਼ਮੀਰ ਦੇ ਚੱਕਾਂ ਨੂੰ ਆਸਰਾ ਦਿੱਤਾ ਸੀ ਔਰ ਕਸ਼ਮੀਰ ਦੇ ਚੱਕ ਮੁਗਲਾਂ ਦੇ ਕੱਟੜ ਦੁਸ਼ਮਣ ਸਨ। ਇਸ ਕਰਕੇ ਸ਼ਾਹਜਹਾਂ ਨੇ ਛੋਟੇ ਤਿੱਬਤ ਦੇ ਵਿਰੁੱਧ ਮੁਹਿੰਮ ਭੇਜੀ ਸੀ। ਬਾਅਦ ਦੇ ਵਿੱਚ ਉਸ ਮੁਹਿੰਮ ਦੇ ਵਿੱਚ ਜੇਤੂ ਰਹੇ ਸਨ ਮੁਗਲਸ ਔਰ ਉਹਨਾਂ ਨੂੰ ਸੰਧੀ ਵੀ ਕਰਨੀ ਪਈ ਸੀ। ਉਸ ਤੋਂ ਬਾਅਦ ਮੁਗਲਾਂ ਨੇ ਸੰਧੀ ਕੀਤੀ ਔਰ 10 ਲੱਖ ਰੁਪਏ ਮੁਗਲਾਂ ਨੂੰ ਜੁਰਮਾਨੇ ਦੇ ਰੂਪ ਵਿੱਚ ਮਿਲੇ ਸਨ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਮਹੋਬਾ ਦੇ ਹਾਕਮ ਨੇ ਅਧੀਨਤਾ ਸਵੀਕਾਰ ਕਰਨੀ। ਮਹੋਬਾ ਦੇ ਹਾਕਮ ਨੇ ਉਸ ਸਮੇਂ ਜਦੋਂ ਮਹੋਬਾ ਦਾ ਹਾਕਮ ਹਾਰ ਗਿਆ ਸੀ ਔਰ ਚੰਪਤ ਰਾਏ ਜੋ ਕਿ ਬਹੁਤ ਹੀ ਚੁਸਤ ਅਤੇ ਚਲਾਕ ਸੀ ਔਰ ਹਮੇਸ਼ਾ ਹੀ ਉਹ ਆਪਣੀਆਂ ਰਣਨੀਤੀਆਂ ਬਣਾਉਂਦਾ ਰਹਿੰਦਾ ਸੀ ਮੁਗਲਸ ਦੇ ਖਿਲਾਫ, ਔਰ ਜਦੋਂ ਉਸ 'ਤੇ ਹਮਲਾ ਹੋਇਆ ਤਾਂ ਉਸ ਦੀ ਹਾਰ ਹੋ ਗਈ ਔਰ ਉਸਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ਸੀ। ਉਸ ਤੋਂ ਬਾਅਦ ਨੈਕਸਟ ਹੈ ਪਲਮਾਓ ਦੇ ਰਾਜਾ ਨੂੰ ਅਧੀਨ ਕਰਨਾ। ਉਸ ਸਮੇਂ ਬਿਹਾਰ ਵਿੱਚ ਪਲਮਾਓ ਦੇ ਰਾਜੇ ਪ੍ਰਤਾਪ ਨੇ ਵਿਦਰੋਹ ਕਰ ਦਿੱਤਾ ਸੀ ਔਰ ਉਸ ਵਿਦਰੋਹ ਨੂੰ ਕੁਚਲਣ ਦੇ ਲਈ ਸ਼ਾਸਤਾ ਖਾਂ ਦੀ ਕਮਾਨ ਹੇਠ ਮੁਗਲ ਸੈਨਾ ਨੇ ਉਸ 'ਤੇ ਹਮਲਾ ਕਰਨ ਨੂੰ ਭੇਜਿਆ ਗਿਆ ਔਰ ਬਾਅਦ ਦੇ ਵਿੱਚ ਰਾਜਾ ਪ੍ਰਤਾਪ ਨੇ ਅਧੀਨਤਾ ਸਵੀਕਾਰ ਕਰ ਲਈ ਸੀ। ਉਸ ਤੋਂ ਬਾਅਦ ਹੈ ਭੀਲ ਅਤੇ ਗੌਂਡ ਕਬੀਲਿਆਂ ਨੂੰ ਅਧੀਨ ਕਰਨਾ। ਭੀਲ ਅਤੇ ਗੌਂਡ ਕਬੀਲੇ ਜਿਹੜੇ ਕਿ ਉਸ ਸਮੇਂ ਮਾਲਵਾ ਵਿਖੇ ਜਿਨ੍ਹਾਂ ਨੇ ਬਾਗੀਆਂ ਦਾ ਰੂਪ ਧਾਰਨ ਕਰ ਲਿਆ ਸੀ ਔਰ ਸ਼ਾਹਜਹਾਂ ਨੇ ਉਹਨਾਂ ਵਿਰੁੱਧ ਮੁਹਿੰਮਾਂ ਭੇਜੀਆਂ ਔਰ ਉਹਨਾਂ ਨੂੰ ਉਸ ਸਮੇਂ ਮਜਬੂਰ ਕੀਤਾ ਗਿਆ ਅਧੀਨਤਾ ਸਵੀਕਾਰ ਕਰਨ ਲਈ। ਉਸ ਪਿੱਛੋਂ ਸ਼੍ਰੀਨਗਰ ਗੜਵਾਲ ਦੇ ਰਾਜਿਆਂ ਨੂੰ ਵੀ ਅਧੀਨ ਕੀਤਾ ਸੀ। ਇਹ ਤਾਂ ਸਨ ਉਸ ਸਮੇਂ ਕਿ ਕਿਹੜੇ ਕਬੀਲਿਆਂ ਨੂੰ ਉਹਨਾਂ ਨੇ ਕੁਚਲਿਆ ਸੀ। ਉਸ ਤੋਂ ਬਾਅਦ ਹੈ ਕਿ ਸ਼ਾਹਜਹਾਂ ਦੇ ਕੰਧਾਰ ਅਤੇ ਮੱਧ ਏਸ਼ੀਆ ਦੇ ਪ੍ਰਦੇਸ਼ ਜਿੱਤਣ ਦੇ ਅਸਫਲ ਯਤਨ ਭਾਵ ਕਿ ਕੰਧਾਰ ਨੂੰ ਜਿੱਤਣ ਲਈ ਸ਼ਾਹਜਹਾਂ ਨੇ ਬਹੁਤ ਜ਼ੋਰ ਲਾਇਆ ਲੇਕਿਨ ਉਹ ਸਫਲ ਨਹੀਂ ਹੋ ਪਾਇਆ। ਇਸੇ ਤਰ੍ਹਾਂ ਮੱਧ ਏਸ਼ੀਆ ਦੇ ਪ੍ਰਦੇਸ਼ ਜਿੱਤਣ ਲਈ ਵੀ ਸ਼ਾਹਜਹਾਂ ਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਅੰਤ ਤੱਕ ਉਹ ਸਫਲ ਨਹੀਂ ਹੋ ਪਾਏ ਸਨ।
सब तो पहला है कंधार उत्ते अधिकार 1638 ईस्वी। उस समय कंधार का गवर्नर अली मरदान सी, जिस की नियुक्ति ईरान के शाह ने की सी। शाहजहां ने शुरू में अली मरदान नूं अपने वल करन दा यतन किया सी, लेकिन अली मरदान अपने स्वामी नाल किसी तरह भी धोखा नहीं करना चाहता सी। लेकिन बाद दे विच उसने शाह अब्बास तो मुगलों विरुद्ध सहायता मंगी, लेकिन भुलेखा लगन ते शाह अब्बास ने अली मरदान नूं कैद करन दा यतन किया सी, और इस करके अली मरदान नूं बहुत गुस्सा आया और वह मुगलों के नाल मिल गया, और उसने आप ही कंधार का किला मुगलों के हवाले कर दिता सी। अली मरदान नूं उच्ची मनसा बख्शी गई और उसनूं 1 लाख रुपया इनाम भी दिता गया सी। उस बाद नैक्सट है मध्य एशिया संबंधी मुहिमां कि कंधार उत्ते शाहजहां का जो सौखी तरह अधिकार हो गया तो उसका हौसला बहुत वध गया सी। उस समय शाहजहां बल्ख अते बदखशा के इलाकों में भी जितना चाहता सी, और उसनूं ये अवसर मिल गया सी उस समय, इस करके क्योंकि उस समय बल्ख अते बदखशा दे विच कुछ प्रॉब्लम चल रही सी, जिस करके आसानी दे नाल दाखिल हो गए और उन्होंने बड़े आसानी दे नाल बल्ख अते बदखशा के उत्ते अपना अधिकार कर लिया सी। उस तो पिछों शहजादा औरंगजेब बाद दे विच जदों शाहजहां ने अपने सदुल्ला खान उस इलाके के प्रबंध लिए भेजा, उस पिछों शहजादा औरंगजेब ते होर सेना भेजी गई। मुगल सेना ने बहुत सारिया लड़ाइयाँ लड़ियाँ उस समय, और उन्होंने बाद दे विच जदों वापस आए तो हज़ारा ना उहदे एक जाति ने मुगलों नूं बहुत तंग किया सी। उन्होंने बड़े सैनिक मारे गए सन, और बाद दे विच आउंदे होए बहुत ज़्यादा सर्दी दे विच मुगलों के सैनिकों नूं रहना पिया सी। उस तो बाद उन्हों दा हज़ारां सिपाही उन्होंने मारे गए सन, और अनेकां उन्हों दा लखां रुपए का नुकसान हो गया सी। उस तो बाद दे विच फिर ईरानियां दा अधिकार उस एरिया के उपर हो गया सी। उस तो बाद नैक्सट है कि शाहजहां दे फिर तो कंधार लैण दा असफल यतन। शाहजहां ने कंधार उत्ते अधिकार करन लई 3 वारी हमले किए सन, पर वो सफल नहीं हो पाया सी, जिस दे विच फस्ट है कंधार का पहला घेरा 1649 ईस्वी। शाहजहां ने अपने अनुभवी और प्रसिद्ध पुत्र औरंगजेब नूं 6000 घोड़सवार और 10,000 सेना दे के कंधार उत्ते हमला करने भेजा। औरंगजेब ने मुल्तान दे वल्लों कंधार उत्ते हमला किया सी, और उस हमले दे विच 4 महीने दे व्यर्थ घेरे तो बाद भी शाहजहां ने औरंगजेब नूं वापस बुला लिया सी, और ये हार औरंगजेब उत्ते धब्बा सी। उसने एक बारी फिर अपने पिता तो हमला करने की आग्या मंगी सी। उस बाद सैकेंड है कि कंधार का दूजी बार घेरा 1652 ईस्वी। 1652 नूं भारी तैयारी दे नाल शाहजहां ने औरंगजेब की अगवाई हेठ भारी सेना कंधार उत्ते जित प्राप्त करने लई भेजी सी। उस नाल 20 छोटियां तोपां ऊठां ते कई जंगी हाथी सन, और औरंगजेब दे नाल रुस्तम खां ते सदुल्ला जे बहुत ही योग सेनापति भी सन। दूजी बार कंधार नूं घेरा पा लिया, पर 2 महीने ते 8 दिन तक यह घेरा जारी रहा सी, और मुगलों नूं सफलता नहीं मिली। उस करके औरंगजेब ने कुछ देर तक घेरा पाई रखने की आग्या मंगी, पर शाहजहां ने उन्होंने वापस आने के लिए पत्र लिख दिता सी। उस तो बाद कंधार का तीजा घेरा 1653 ईस्वी। दारा ने इन्हां असफल मुहिमां का दोष औरंगजेब उत्ते लगाया कि इसलिए शाहजहां ने दारा की कमान हेठ 1653 ईस्वी नूं कंधार जितने के लिए भारी सेना भेजी उस समय, और उसने 7 महीने तक घेरा पाई रखा, पर उसनूं सफलता नहीं मिली। इस तरह कंधार लैण लई लगभग 12 करोड़ रुपए उस समय खर्च आए सन, और मध्य एशिया के हमलों से कोई 4 करोड़ रुपया खर्च आया। तो जानी और माली नुकसान होने के नाल नाल उस समय मुगलों के सन्मान नूं भी बहुत गहरा धक्का लगा सी। उन्होंने अजित होने का मान भी टुट गया सी। इस दे नाल ईरानियां का उत्साह बहुत वध गया, और मुगलों दी असफलतावां नाल साम्राज विच दूजियां वैरियां ने भी सिर चक ले सन। उस तो बाद नैक्सट है उत्तराधिकार संबंधी युद्ध। शाह के अंतले समय में उसके चारे पुत्र दारा, सूजा, औरंगजेब और मुराद के विचकार उत्तराधिकार के लिए युद्ध शुरू हो गया सी, और उसका कारण यह सी कि शाहजहां बीमार पै गया सी, और उसकी बीमारी के कारण उसकी मौत दी अफवाहां फैल रही सन। इस करके उसके चारों पुत्र ही तख्त उत्ते बैठना चाहते सन, और उन्हां चारां दे विचों औरंगजेब दे मुराद के विचकार लड़ाई हुई सी बाद दे विच, जिस दे विच औरंगजेब जेतू रहा सी। इस तरह औरंगजेब मुगल गद्दी का मालक बन गया सी। तो इस तरह असीं नैक्सट है शाहजहां तो बात करते हाँ औरंगजेब के बारे कि औरंगजेब और मुगल साम्राज 1658 तो 1707 ईस्वी।
औरंगजेब ने कोई लगभग 50 साल राज किया। वो मुगल वंश का महान बादशाह सी। उस अधीन मुगल साम्राज का बहुत विस्तार होया ਅਤੇ शायद किसी होर मुगल बादशाह अधीन इन्ना वड्डा विशाल साम्राज नहीं सी। पर औरंगजेब ਦੀਆਂ गलत नीतियां के कारण मुगल साम्राज पतन के ਵੱਲ ਚੱਲ ਪਿਆ ਸੀ। सब तो पहला ਅਸੀਂ औरंगजेब ਦੀਆਂ उत्तर पूर्वी सीमा के प्रदेशों की जित्तां के बारे गल करांगे कि कनकुएस्ट इन द नॉर्थ ईस्टर्न फ्रंटियर, जिस दे विच फस्ट है कूच बिहार की जित। राजगद्दी ते बैठदियां सार ही अपने बजुर्गों के वांग औरंगजेब ने अपने राज के विस्तार का काम शुरू कर दिता सी। उसने 1660 ईस्वी में मीर जुमला ਨੂੰ बंगाल का गवर्नर नियुक्त किया ਤੇ ਨਾਲ ही हुक्म दिता कि वो एक ਤਾਂ साम्राज के वैरियां ਨੂੰ ਦਬਾਏ ਅਤੇ दूजा नवे प्रदेश जितने का भी यतन करे। मीर जुमला ने बंगाल पहुँच के अपनी सैना नाल कूच बिहार से हमला कर दिता सी और कूच बिहार का हाकम वो डरदा होया उत्थों दौड़ गया सी। इस तरह मीर जुमला ने कूच बिहार उत्ते अपना अधिकार कर लिया सी। उस तो बाद नैक्सट है आसाम की जित। कूच बिहार की जित पिछों मीर जुमला ने भारी सैना नाल आसाम उत्ते हमला कर दिता सी और कई किलियां उत्ते कब्जा कर लिया। इस पिछों अहोम जाति नूं हरा के उन्हां दी राजधानी गुड़गांव ते भी अपना अधिकार कर लिया सी। अहोम जाति का सरदार जय ध्वज दौड़ गया तो मजबूर होकर उसने मुगलों नाल संधि कर ली सी। उस तो बाद दे विच जिहड़े उत्थों के हाकम होए उन्होंने हौली हौली उस इलाके नूं दोबारा अपने अधीन कर लिया सी। उस तो बाद है चिट्टागांग की जित। मीर जुमला की मौत पिछों औरंगजेब ने शास्ता खान नूं बंगाल का गवर्नर बना के भेजा और उसने आरा कान के हाकम ते समुद्री लटोरियां विरुद्ध कार्रवाई करन लई अपने पुत्र उमेद खां ते इबन हुसैन की अगवाई विच 288 जहाज़ां का एक वड्डा बेड़ा भेजिया सी और उन्हां दियां वैरियां दे नाल 3 लड़ाइयां दे विच उन्हां ने हराया ते 26 जनवरी 1666 ईस्वी नूं उन्हां ने चिट्टागांग के किले ते अपना अधिकार करदियां होया उसका नाम बदल के इस्लामाबाद रख दिता सी। उस तो बाद नैक्सट है उत्तर पश्चिमी सीमा के कबीलियां का दमन, क्रशिंग ऑफ नॉर्थ वैसट फ्रंटियर ट्राइब्स, जिस दे विच फस्ट है उत्तर पश्चिमी सीमा संबंधी नीति। औरंगजेब ने कंधार वापस लैण का कोई यतन ना किया पर फिर भी आर्थिक और राजनीतिक कारणों करके उत्तर पश्चिमी सीमा दे उस उगर नीति एग्रैसिव पॉलिसी अपनानी पई सी। जदों औरंगजेब उत्तराधिकार के लिए युद्ध लड़ रहा सी तां इस अवसर का लाभ उठा के कुछ कबीलियां ने मुगलों इलाके विच पेशावर तक छापे मारे सन और औरंगजेब जो तख्त ते बैठा तो वो बड़े बुरे तरीके दे नाल उन्होंने औरंगजेब नूं तंग कीता सी। इस करके औरंगजेब उन्होंने खत्म करना चाहता सी, जिस दे विच है कि उसने यूसुफ जईयां नूं दबाउणा। उसने यूसुफ जईयां नूं दबाया कि 1667 ईस्वी दे विच यूसुफ जईयां ने भागू की अगवाई हेठ विद्रोह कर दिता सी और कबीलियां नूं इकट्ठा करके उस तो बाद वो अटक पार करके उन्होंने हज़ारा के जिले उत्ते भी हमला कर दिता सी और मुगलों के अंदरले इलाके उत्ते हमला करने के विਉਂਤ बना रहे सन। औरंगजेब यूसुफ जाइयां दे इस कार्रवाई नूं दबाउणा चाहुंदा सी, इसलिए उसने काबल ਅਤੇ अटक के फौजदार नूं लिखिया कि वो इस इन्हां यूसुफ जाइयां के खिलाफ कार्रवाई करन। नाल ही उन्होंने मीर जुमला के वड्डे पुत्र मुहम्मद अमीन खान नूं भी भेजा और तिन्हां ने मिल के यूसुफ जाइयां ते भारी हमला किया और उन्होंने दरिया के वल भजा दिता सी, धक दिता सी। इस करके बहुत सारे यूसुफ जाई जख्मी हो गए सन, बहुत सारे दरिया विच रुड़ गए तो कई मारे भी गए। इस तरह मुगलों ने अगे वध के कई पिंडां नूं बुरी तरह बर्बाद कर दिता सी। उस तो बाद अफरीदियां विरुद्ध कार्रवाई। सीमावर्ती इलाके जो यूसुफ जाइयां दे विद्रोह नूं दबाया ही सी कि 1672 ईस्वी दे विच अफरीदियां ने बगावत कर दी सी। उन्हां दा नेता अकमल खां अपने आप नूं बादशाह होने का उसने ऐलान कर दिता सी। उसने होरनां कबीलियां नूं भी इकट्ठे होने का सद्दा दिता ਅਤੇ मुगलों विरुद्ध लड़ाई करने लई बिगल वजा दिता सी। मुहम्मद अमीन खां काबल का गवर्नर सी उस समय और वह अपनी सफलता के नशे में इन्ना चूर सी कि अफरीदियां की शक्ति का उसने गलत अंदाज़ा लगाया। उसने अफरीदियां के विरुद्ध हमला कर दिता और लेकिन बहुत मुश्किल दे नाल बच के पेशावर पहुंचा। मुगल सेना के कोई 10,000 सैनिक रणभूमि के विच मारे गए सन और 2 करोड़ रुपए का समान मुगलों के हथों चला गया सी। इस तरह अकमल खान की शानदार जित के नाल उसकी प्रसिद्धि बहुत दूर दूर तक हो गई सी। उस बाद नैक्सट है खटकां विरुद्ध कार्रवाई। अफरीदियां पिछों पेशावर बन्नू और कोहाड़ के जिलों में वसते एक होर खटक कबीले ने मुगलों विरुद्ध विद्रोह कर दिता सी।
ਉਹਨਾਂ ਦਾ ਆਗੂ ਖੁਸ਼ਹਾਲ ਖਾਂ ਖੱਟਕ ਸੀ। ਉਸਨੇ ਬਹੁਤ ਸਾਰੀ ਸੈਨਾ ਇਕੱਠੀ ਕਰ ਲਈ ਸੀ, ਲੇਕਿਨ ਬਾਅਦ ਦੇ ਵਿੱਚ ਉਸ ਨੂੰ ਧੋਖੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਅਫਗਾਨਾਂ ਦਾ ਕੌਮੀ ਵਿਦਰੋਹ। ਅਫਗਾਨਾਂ ਦੇ ਕੌਮੀ ਵਿਦਰੋਹ ਦੇ ਵਿੱਚ ਕਿ ਔਰੰਗਜ਼ੇਬ ਨੇ ਖੁਸ਼ਹਾਲ ਖਾਂ ਅਤੇ ਉਸਦੇ ਪੁੱਤਰ ਨੂੰ ਆਪਣੇ ਜੱਦੀ ਦੁਸ਼ਮਣਾਂ ਦੇ ਵਿਰੁੱਧ ਸੈਨਾ ਨਾਲ ਭੇਜਿਆ। ਪਰ ਜਦੋਂ ਖੁਸ਼ਹਾਲ ਖਾਂ ਅਤੇ ਉਸਦੇ ਪੁੱਤਰ ਨੇ ਆਪਣਾ ਇਲਾਕਾ ਦੇਖਿਆ ਤਾਂ ਉਹਨਾਂ ਅੰਦਰ ਆਜ਼ਾਦੀ ਦੇ ਲਈ ਸੰਘਰਸ਼ ਕਰਨ ਦੇ ਲਈ, ਆਜ਼ਾਦੀ ਦੇ ਲਈ ਜਾਗ ਪਿਆ ਸੀ ਉਹਨਾਂ ਦੇ ਮਨ ਦੇ ਅੰਦਰ ਕਿ ਉਹ ਆਪਣੇ ਇਲਾਕੇ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਸਨ। ਉਹ ਇਸ ਲਈ ਉਹਨਾਂ ਨੇ ਅਫਰੀਦੀ ਨੇਤਾ ਅਕਮਲ ਖਾਨ ਨਾਲ ਗੱਠਜੋੜ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਇੱਕ ਭਾਰੀ ਸੰਘ ਬਣਾ ਲਿਆ ਸੀ ਔਰ ਉਹ ਮੁਗਲਾਂ ਦੇ ਲਈ ਇੱਕ ਭਾਰੀ ਮੁਸੀਬਤ ਸੀ। ਬਾਅਦ ਦੇ ਵਿੱਚ ਜਦੋਂ ਦੁਬਾਰਾ ਔਰੰਗਜ਼ੇਬ ਨੇ ਸਾਰਿਆਂ ਨੂੰ ਕੁਚਲਣ ਦੇ ਲਈ ਹਮਲਾ ਕੀਤਾ ਸੀ ਤਾਂ ਔਰੰਗਜ਼ੇਬ ਨੂੰ ਬਾਅਦ ਦੇ ਵਿੱਚ ਜਿੱਤ ਪ੍ਰਾਪਤ ਹੋਈ ਸੀ। ਉਸ ਤੋਂ ਬਾਅਦ ਨੈਕਸਟ ਹੈ ਮੁੱਖ ਵਿਦਰੋਹ ਹੋਏ ਕਈ, ਜਿਨ੍ਹਾਂ ਦੇ ਵਿੱਚ ਪਹਿਲਾ ਹੈ ਕਿ ਜਾਟਾਂ ਨੇ ਗੋਲਕ ਦੀ ਅਗਵਾਈ ਦੇ ਵਿੱਚ ਔਰੰਗਜ਼ੇਬ ਦੀ ਅਤਿਆਚਾਰੀ ਨੀਤੀ ਵਿਰੁੱਧ ਵਿਦਰੋਹ ਕਰ ਦਿੱਤੇ ਸਨ ਔਰ ਗੋਗਲ ਦੀ ਮੌਤ ਪਿੱਛੋਂ ਉਸ ਸਮੇਂ 1605 ਵਿੱਚ ਰਾਜਾ ਰਾਮ ਨੇ ਵਿਦਰੋਹ ਕਰ ਦਿੱਤਾ ਸੀ ਔਰ ਰਾਜਾ ਰਾਮ ਦੀ ਮੌਤ ਤੋਂ ਪਿੱਛੋਂ ਚੂੜਾਮਨ ਦੀ ਅਗਵਾਈ ਹੇਠ ਜਾਟਾਂ ਨੇ ਫਿਰ ਵਿਦਰੋਹ ਕਰ ਦਿੱਤਾ ਸੀ। ਤਾਂ ਉਹਨਾਂ ਦਾ ਵਿਦਰੋਹ ਤਦ ਤੱਕ ਜਾਰੀ ਰਿਹਾ ਜਦ ਤੱਕ ਉਹਨਾਂ ਨੇ ਭਾਰਤਪੁਰ ਵਿੱਚ ਆਪਣਾ ਸੁਤੰਤਰ ਰਾਜ ਕਾਇਮ ਨਹੀਂ ਕਰ ਲਿਆ ਸੀ। ਸੈਕਿੰਡ ਵਿਦਰੋਹ ਹੈ ਕਿ ਸਤਨਾਮਿਆਂ ਦਾ ਵਿਦਰੋਹ। 1672 ਈਸਵੀ ਵਿੱਚ ਨਾਰਨੌਲ ਅਤੇ ਮੇਵਾਤ ਦੇ ਸਤਨਾਮਿਆਂ ਨੇ ਮੁਗਲਾਂ ਵਿੱਚ ਵਿਦਰੋਹ ਕਰ ਦਿੱਤਾ ਸੀ, ਲੇਕਿਨ ਔਰੰਗਜ਼ੇਬ ਨੇ ਭਾਰੀ ਸੈਨਾ ਦੇ ਨਾਲ ਇਹਨਾਂ ਦੇ ਵਿਦਰੋਹ ਨੂੰ ਦਬਾ ਦਿੱਤਾ ਸੀ। ਉਸ ਤੋਂ ਬਾਅਦ ਸਿੱਖਾਂ ਦਾ ਔਰੰਗਜ਼ੇਬ ਦੇ ਅਤਿਆਚਾਰਾਂ ਵਿਰੁੱਧ ਸੰਘਰਸ਼। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਤਲਵਾਰ ਚੁੱਕੀ ਸੀ। ਅਨੰਦਪੁਰ ਦੀਆਂ 2 ਲੜਾਈਆਂ ਅਤੇ ਚਮਕੌਰ ਸਾਹਿਬ ਦੀ ਲੜਾਈ, ਖਿਦਰਾਣਾ ਦੀ ਲੜਾਈ ਦੇ ਵਿੱਚ ਮੁਗਲ ਸਿੱਖਾਂ ਨੂੰ ਹਰਾ ਨਹੀਂ ਸਕੇ ਸਨ ਔਰ 1699 ਦੇ ਵਿੱਚ ਖਾਲਸਾ ਦੀ ਸਥਾਪਨਾ ਕਰਕੇ ਉਸ ਸਮੇਂ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਹਿੰਦੂ ਕੌਮ ਦੇ ਵਿੱਚ ਖਾਸ ਕਰਕੇ ਬਹੁਤ ਜ਼ਿਆਦਾ ਜੋਸ਼ ਭਰਿਆ ਸੀ ਔਰ ਇਸ ਕਰਕੇ ਮੁਗਲ ਲਾਸਟ ਟਾਈਮ ਤੱਕ, ਅਖੀਰਲੇ ਸਮੇਂ ਤੱਕ ਵੀ ਉਹਨਾਂ ਨੂੰ ਚੰਗੇ ਤਰੀਕੇ ਨਾਲ ਕੁਚਲ ਨਹੀਂ ਸਕੇ ਸਨ ਔਰ ਬਾਅਦ ਦੇ ਵਿੱਚ ਉਸੇ ਨੀਤੀ 'ਤੇ ਚੱਲਦੇ ਹੋਏ ਸਿੱਖਾਂ ਨੇ ਇੱਕ ਸੁਤੰਤਰ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਸੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ ਰਾਜਪੂਤਾਂ ਵਿਰੁੱਧ ਕਾਰਵਾਈ। ਔਰੰਗਜ਼ੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀ ਔਰ ਆਪਣੇ ਤਲਵਾਰ ਦੇ ਜ਼ੋਰ ਨਾਲ ਉਹ ਸਾਰੇ ਭਾਰਤ ਦੇ ਵਿੱਚ ਮੁਸਲਿਮ ਧਰਮ ਨੂੰ ਫੈਲਾਉਣਾ ਚਾਹੁੰਦਾ ਸੀ ਔਰ ਇਸ ਕਰਕੇ ਇੱਕ ਪਾਸੇ ਰਾਜਪੂਤ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ ਔਰ ਉਹ ਆਪਣੇ ਸੰਘਰਸ਼ ਵਿੱਚ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਸਨ। ਇਸ ਕਰਕੇ ਔਰੰਗਜ਼ੇਬ ਕਦੇ ਵੀ ਉਹਨਾਂ ਦੀ ਵੱਧਦੀ ਹੋਈ ਤਾਕਤ ਨੂੰ ਸਹਿਣ ਨਹੀਂ ਕਰ ਸਕਦਾ ਸੀ ਔਰ ਇਸੇ ਕਾਰਨ ਉਹਨਾਂ ਨੇ ਰਾਜਪੂਤਾਂ ਨੂੰ ਕੁਚਲਣ ਦੇ ਲਈ ਬਹੁਤ ਕਾਰਵਾਈਆਂ ਕੀਤੀਆਂ। ਸਭ ਤੋਂ ਪਹਿਲਾਂ ਉਸਨੇ ਮਾਰਵਾੜ ਉੱਤੇ ਹਮਲਾ ਕੀਤਾ ਕਿਉਂਕਿ ਉਸ ਇਲਾਕੇ ਦੇ ਵਿੱਚ ਉਸ ਸਮੇਂ ਔਰੰਗਜ਼ੇਬ ਔਰ ਉਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਰਾਜਪੂਤਾਂ ਨੇ ਆਪਣੀ ਸ਼ਕਤੀ ਨੂੰ ਬਹੁਤ ਜ਼ਿਆਦਾ ਸੰਗਠਿਤ ਕਰ ਲਿਆ ਸੀ। ਮਾਰਵਾੜ ਤੇ ਹਮਲਾ ਫਸਟ ਹੈ ਸਾਡੇ ਕੋਲ ਕਿ ਮਾਰਵਾੜ ਦੇ ਰਾਜਾ ਜਸਵੰਤ ਸਿੰਘ ਦੀ ਮੌਤ ਤੋਂ ਪਿੱਛੋਂ ਔਰੰਗਜ਼ੇਬ ਦੀ ਰਾਜਪੂਤ ਨੀਤੀ ਬਿਲਕੁਲ ਹੀ ਬਦਲ ਗਈ ਸੀ ਔਰ ਉਸਨੇ ਭਾਰੀ ਸੈਨਾ ਦੇ ਨਾਲ ਮਾਰਵਾੜ ਉੱਤੇ ਹਮਲਾ ਕਰ ਦਿੱਤਾ ਸੀ ਔਰ ਉਸ ਸਮੇਂ ਮਾਰਵਾੜ ਉੱਤੇ ਕਬਜ਼ਾ ਕਰ ਲਿਆ ਗਿਆ ਔਰ ਪੂਰੀ ਜੋ ਉਹਨਾਂ ਦੀ ਜਾਇਦਾਦ ਸੀ ਉਹ ਹੜਪ ਲਈ ਔਰ ਮਾਰਵਾੜ ਦਾ ਤਖਤ 30 ਲੱਖ ਰੁਪਏ ਦੇ ਬਦਲੇ ਰਾਣੇ ਦੇ ਭਰਾ ਦੇ ਪੋਤਰੇ ਇੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਔਰੰਗਜ਼ੇਬ ਅਤੇ ਮੇਵਾੜ। ਮੇਵਾੜ ਦੇ ਰਾਣਾ ਨੇ ਇੱਕ ਤਾਂ ਟੈਕਸ ਪੇ ਨਹੀਂ ਕੀਤਾ ਸੀ ਔਰੰਗਜ਼ੇਬ ਨੂੰ, ਦੂਸਰਾ ਉਸਨੇ ਮਾਰਵਾੜ ਅਤੇ ਦੁਰਗਾਦਾਸ ਦੀ ਸਹਾਇਤਾ ਕੀਤੀ ਸੀ। ਇਸ ਲਈ ਔਰੰਗਜ਼ੇਬ ਨੇ ਰਾਜਕੁਮਾਰ ਅਕਬਰ, ਆਜ਼ਮ ਅਤੇ ਮੌਜ਼ਮ ਦੇ ਅਧੀਨ ਮਾਰਵਾੜ ਉੱਤੇ ਹਮਲਾ ਕਰਨ ਦੇ ਲਈ ਸੈਨਾਵਾਂ ਭੇਜੀਆਂ ਸਨ ਔਰ ਉਦੈਪੁਰ ਅਤੇ ਚਿਤੌੜ ਮੁਗਲਾਂ ਦੇ ਅਧੀਨ ਆ ਗਿਆ ਸੀ ਔਰ ਉਸ ਤੋਂ ਬਾਅਦ ਉਦੈਪੁਰ ਦੀ ਸੰਧੀ ਹੋਈ ਸੀ ਔਰ ਉਸ ਸੰਧੀ ਦੇ ਅਨੁਸਾਰ ਉਸ ਸਮੇਂ ਉੱਥੋਂ ਦੇ ਰਾਜੇ ਨੂੰ ਪ੍ਰਮਾਣ ਕਰ ਲਿਆ ਗਿਆ ਸੀ ਰਾਜਾ ਔਰ ਉਸਨੇ ਬਹੁਤ ਸਾਰਾ ਧਨ ਉਹ ਮੁਗਲਾਂ ਨੂੰ ਦਿੱਤਾ ਸੀ। ਉਸ ਤੋਂ ਬਾਅਦ ਨੈਕਸਟ ਹੈ ਮਾਰਵਾੜ ਵਿੱਚ ਲੜਾਈ ਜਾਰੀ। ਮਾਰਵਾੜ ਦੇ ਉਸ ਸਮੇਂ ਔਰੰਗਜ਼ੇਬ ਨੇ ਮੇਵਾੜ ਨਾਲ ਸੰਧੀ ਕਰਕੇ ਆਪਣਾ ਸਾਰਾ ਧਿਆਨ ਦੱਖਣ ਦੇ ਵੱਲ ਦਿੱਤਾ ਔਰ ਉਸ ਚੀਜ਼ ਦਾ ਲਾਭ ਉਠਾਉਂਦਿਆਂ ਹੋਇਆਂ ਉਸ ਇਲਾਕੇ ਦੇ ਰਠੌੜਾਂ ਨੇ ਆਪਣੀ ਆਜ਼ਾਦੀ ਲਈ ਲੜਾਈ ਸ਼ੁਰੂ ਕਰ ਦਿੱਤੀ ਸੀ, ਜਿਹੜੀ ਲਗਭਗ 30 ਸਾਲਾਂ ਤੱਕ ਉਹ ਲੜਾਈ ਜਾਰੀ ਰਹੀ ਸੀ ਔਰ ਉਹ ਅਜੀਤ ਸਿੰਘ ਨੂੰ ਮਾਰਵਾੜ ਦੀ ਰਾਜਗੱਦੀ 'ਤੇ ਬਿਠਾਉਣ ਵਿੱਚ ਸਫਲ ਹੋ ਗਏ ਸਨ ਔਰ ਉਸੇ ਸਾਲ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਔਰ ਅਗਲੇ ਸਾਲ ਮੁਗਲ ਬਾਦਸ਼ਾਹ ਨੇ ਮਾਰਵਾੜ ਉੱਤੇ ਅਜੀਤ ਸਿੰਘ ਦੇ ਹੱਕ ਨੂੰ ਸਵੀਕਾਰ ਕਰ ਲਿਆ ਸੀ। ਔਰੰਗਜ਼ੇਬ ਦੀਆਂ ਰਾਜਪੂਤਨ ਲੜਾਈਆਂ ਮੁਗਲ ਸਾਮਰਾਜ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋਈਆਂ ਸਨ ਕਿਉਂਕਿ ਉਹ ਪੂਰੇ ਤਰੀਕੇ ਦੇ ਨਾਲ ਉਹਨਾਂ ਇਲਾਕਿਆਂ 'ਤੇ ਔਰੰਗਜ਼ੇਬ ਕਬਜ਼ਾ ਨਹੀਂ ਕਰ ਸਕਿਆ ਸੀ, ਲੇਕਿਨ ਇਸ ਦੇ ਵਿੱਚ ਉਸਦਾ ਬਹੁਤ ਹੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ।
ਔਰ ਇਸ ਦੇ ਨਾਲ ਉਸ ਦੇ ਸਨਮਾਨ ਨੂੰ ਵੀ ਬਹੁਤ ਗਹਿਰਾ ਧੱਕਾ ਲੱਗਾ ਸੀ। ਇਸ ਤੋਂ ਬਾਅਦ ਮੁਗਲ ਸਾਮਰਾਜ ਪਤਨ ਦੇ ਵੱਲ ਤੁਰਨਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਔਰੰਗਜ਼ੇਬ ਦੀ ਦੱਖਣ ਦੀ ਨੀਤੀ, ਜਿਸ ਦੇ ਵਿੱਚ ਫਸਟ ਹੈ ਬੀਜਾਪੁਰ ਦੀ ਜਿੱਤ 1686 ਈਸਵੀ। ਔਰੰਗਜ਼ੇਬ ਨੇ ਬੀਜਾਪੁਰ ਦੇ ਇਲਾਕੇ ਨੂੰ ਜਿੱਤਣ ਦੇ ਲਈ ਉੱਥੇ ਮੁਹਿੰਮ ਭੇਜੀ ਔਰ ਉਸ ਇਲਾਕੇ ਨੂੰ ਮੁਗਲ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਗੋਲਕੁੰਡਾ ਦੀ ਜਿੱਤ 1687 ਈਸਵੀ। ਔਰੰਗਜ਼ੇਬ ਨੇ ਬੀਜਾਪੁਰ ਜਿੱਤਣ ਤੋਂ ਪਿੱਛੋਂ ਗੋਲਕੁੰਡਾ ਨੂੰ ਵੀ ਜਿੱਤਣਾ ਦੇ ਲਈ ਮੁਹਿੰਮ ਭੇਜੀ ਔਰ ਕਿਉਂਕਿ ਇਸ ਦੇ ਵੀ ਕਈ ਕਾਰਨ ਸਨ ਗੋਲਕੁੰਡਾ ਨੂੰ ਜਿੱਤਣ ਦੇ, ਕਿ ਇੱਕ ਤਾਂ ਮੁਗਲਾਂ ਵਿਰੁੱਧ ਬੀਜਾਪੁਰ ਦੀ ਸਹਾਇਤਾ ਕਰਦਾ ਸੀ ਗੋਲਕੁੰਡਾ ਦਾ ਸੁਲਤਾਨ, ਔਰ ਦੂਸਰਾ ਮਰਾਠਿਆਂ ਦੀ ਸਹਾਇਤਾ ਵੀ ਕਰਦਾ ਸੀ। ਨਾਲ ਹੀ ਗੋਲਕੁੰਡਾ ਵੀ ਇੱਕ ਸ਼ੀਆ ਰਿਆਸਤ ਸੀ ਔਰ ਉੱਥੋਂ ਦੇ ਹੀਰੇ ਜਵਾਹਰਾਤ ਦੀਆਂ ਖਾਣਾਂ ਵੀ ਔਰੰਗਜ਼ੇਬ ਦੇ ਹਮਲੇ ਦੇ ਕਾਰਨ ਬਣੀਆਂ ਸਨ। ਲੜਾਈ ਛੇੜਨ ਲਈ ਔਰੰਗਜ਼ੇਬ ਨੇ ਸੁਲਤਾਨ ਉੱਤੇ ਸੰਧੀ ਤੋੜਨ ਦਾ ਦੋਸ਼ ਲਗਾਇਆ ਸੀ। ਤਾਂ ਇਸ ਤਰ੍ਹਾਂ ਗੋਲਕੁੰਡਾ ਨੂੰ ਵੀ ਬਾਅਦ ਦੇ ਵਿੱਚ ਜਿੱਤ ਲਿਆ ਗਿਆ ਸੀ। ਉਸ ਤੋਂ ਬਾਅਦ ਨੈਕਸਟ ਹੈ ਮਰਾਠਿਆਂ ਨਾਲ ਸੰਘਰਸ਼, ਜਿਸ ਦੇ ਵਿੱਚ ਫਸਟ ਹੈ ਕਿ ਸ਼ਿਵਾਜੀ ਵਿਰੁੱਧ ਭੇਜੀਆਂ ਗਈਆਂ ਮੁਹਿੰਮਾਂ। ਸ਼ਿਵਾਜੀ ਨੂੰ ਹੌਲੀ ਹੌਲੀ ਅਸੀਂ ਦੱਖਣ ਦੇ ਵੱਲ ਦੇਖਦੇ ਹਾਂ ਤਾਂ ਸ਼ਿਵਾਜੀ ਨੇ ਆਪਣੀ ਸ਼ਕਤੀ ਬਹੁਤ ਜ਼ਿਆਦਾ ਸੰਗਠਿਤ ਕਰ ਲਈ ਸੀ ਔਰ ਉਹਨਾਂ ਨੂੰ ਹਰਾਉਣ ਦੇ ਲਈ ਔਰੰਗਜ਼ੇਬ ਨੇ ਬਹੁਤ ਮੁਹਿੰਮਾਂ ਭੇਜੀਆਂ ਔਰ ਲੇਕਿਨ ਉਹ ਸਫਲ ਨਹੀਂ ਹੋ ਪਾਇਆ। ਇਸ ਦੇ ਨਾਲ ਹੀ ਸ਼ਿਵਾਜੀ ਨੇ ਪੂਨੇ ਨੂੰ ਲੁੱਟਿਆ, ਨਾਲ ਹੀ ਉਹਨਾਂ ਨੇ ਸੂਰਤ ਨੂੰ ਵੀ ਲੁੱਟਿਆ ਸੀ ਔਰ ਬਾਅਦ ਦੇ ਵਿੱਚ ਸ਼ਿਵਾਜੀ ਨੂੰ ਸੰਧੀ ਵੀ ਕਰਨੀ ਪਈ ਸੀ ਪੁਰੰਦਰ ਦੀ। ਇਸ ਕਰਕੇ ਬਹੁਤ ਸਾਰੇ ਉਸ ਤਰ੍ਹਾਂ ਦੇ ਕਿਲੇ ਜਿਹੜੇ ਉਸਨੇ ਜਿੱਤੇ ਸਨ ਉਹ ਮੁਗਲਾਂ ਨੂੰ ਵਾਪਸ ਕਰਨੇ ਪਏ ਸਨ, ਲੇਕਿਨ ਲਾਸਟ ਟਾਈਮ ਤੱਕ ਉਹ ਸ਼ਿਵਾਜੀ ਨੂੰ ਕੁਚਲਣ ਦੇ ਵਿੱਚ ਸਫਲ ਨਹੀਂ ਹੋ ਪਾਏ ਸਨ। ਉਸ ਤੋਂ ਬਾਅਦ ਨੈਕਸਟ ਹੈ ਸ਼ੰਭੂ ਜੀ ਦਾ ਕਤਲ ਅਤੇ ਸ਼ਾਹੂ ਦੀ ਕੈਦ। 1680 ਵਿੱਚ ਸ਼ਿਵਾਜੀ ਦੀ ਮੌਤ ਤੋਂ ਪਿੱਛੋਂ ਉਸ ਦਾ ਪੁੱਤਰ ਸ਼ੰਭੂ ਜੀ ਰਾਜਗੱਦੀ 'ਤੇ ਬੈਠਿਆ ਸੀ ਔਰ ਉਹਨਾਂ ਦੇ ਵਿੱਚ ਸ਼ਿਵਾਜੀ ਦੇ ਗੁਣ ਨਹੀਂ ਸਨ, ਲੇਕਿਨ ਬਾਅਦ ਦੇ ਵਿੱਚ ਸ਼ੰਭੂ ਜੀ ਨੂੰ ਕਤਲ ਕਰਕੇ ਉਸ ਤੋਂ ਬਾਅਦ ਸ਼ਾਹੂ ਜੀ ਨੂੰ ਕੈਦ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਰਾਜਾ ਰਾਮ ਵਿਰੁੱਧ ਮੁਹਿੰਮ, ਕਿ ਸ਼ਾਹੂ ਜੀ ਦੇ ਕੈਦ ਹੋਣ ਪਿੱਛੋਂ ਮਰਾਠਿਆਂ ਨੇ ਮੁਗਲ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ ਸੀ ਔਰ ਰਾਜਾ ਰਾਮ ਨੇ ਜਿੰਜੀ ਵਿੱਚ ਕਾਫੀ ਸ਼ਕਤੀ ਇਕੱਠੀ ਕਰ ਲਈ ਸੀ। ਉਸ ਸਮੇਂ ਔਰੰਗਜ਼ੇਬ ਨੇ ਜ਼ੁਲਫਕਾਰ ਖਾਂ ਦੇ ਵਿਰੁੱਧ ਅਗਵਾਈ ਦੇ ਵਿੱਚ ਉਹਨਾਂ ਨੇ ਉਸ ਸਮੇਂ ਹਮਲਾ ਕੀਤਾ ਸੀ ਔਰ ਇਸ ਦੇ ਨਾਲ ਬਾਅਦ ਦੇ ਵਿੱਚ ਤਾਰਾਬਾਈ ਵਿਰੁੱਧ ਵੀ ਮੁਹਿੰਮ ਹੋਈ, ਲੇਕਿਨ ਅੰਤ ਤੱਕ ਔਰੰਗਜ਼ੇਬ ਉਹ ਸਫਲ ਨਹੀਂ ਹੋ ਪਾਇਆ ਸੀ, ਪੂਰੀ ਤਰ੍ਹਾਂ ਕੁਚਲ ਨਹੀਂ ਸਕਿਆ। ਇਸ ਤਰ੍ਹਾਂ ਹੌਲੀ ਹੌਲੀ ਆਪਣੀਆਂ ਗਲਤ ਨੀਤੀਆਂ ਦੇ ਚੱਲਦੇ ਹੋਏ ਔਰੰਗਜ਼ੇਬ ਪੂਰੀ ਤਰ੍ਹਾਂ ਸਫਲ ਨਹੀਂ ਹੋ ਪਾਇਆ ਸੀ। ਉਮੀਦ ਹੈ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਣਾ ਹੈ। ਧੰਨਵਾਦ।